ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦੇ ਹਾਂ। ਅੱਜ ਅਸੀਂ ਜੋ ਸਾਡੀ ਔਨਗੋਇੰਗ ਪ੍ਰੋਗਰਾਮਿੰਗ ਹੈਗੀ, ਜੋ ਸਾਡੀ ਕਮਿਊਨਿਟੀ ਲਈ ਇਨ ਦਿਨਾਂ ਦੇ ਵਿੱਚ ਮਹੱਤਵਪੂਰਨ ਮੁੱਦਾ ਹੈਗਾ, ਉਹਦੇ ਉੱਤੇ ਵਿਚਾਰ ਲਗਾਤਾਰ ਕਰ ਰਹੇ ਹਾਂ। ਜੂਨ 1984 ਦੇ ਜ਼ਖਮ ਹਾਲੇ ਤੱਕ ਸਾਡੀ ਕੌਮ ਦੇ ਵਿੱਚ ਖੁੱਲ੍ਹੇ ਪਏ ਹਨ। ਉਨ ਜ਼ਖਮਾਂ ਨੂੰ ਲੈ ਕੇ, ਉਸ ਇਤਿਹਾਸ ਨੂੰ ਲੈ ਕੇ ਕੀ ਕੁਛ ਉਨ ਦਿਨਾਂ ਦੇ ਵਿੱਚ ਵਾਪਰਿਆ, ਉਹਦੇ ਬਾਰੇ ਕਿੰਨੀ ਚਰਚਾ ਹੋਈ ਹੈ। ਅੱਜ ਅਸੀਂ ਇਹ ਪ੍ਰੋਗਰਾਮ ਤੁਹਾਡੇ ਨਾਲ ਇਸ ਕਰਕੇ ਕਰ ਰਹੇ ਹਾਂ ਬਿਕੋਜ਼ ਇਨ ਦਿਨਾਂ ਦੇ ਵਿੱਚ ਸਾਡੀ ਕੌਮ ਦਾ ਇੱਕ ਮਿਸ਼ਨ ਬਣ ਗਿਆ ਹੈ। ਖਾਸ ਕਰਕੇ ਜੋ ਬਾਹਰਲੇ ਮੁਲਕਾਂ ਦੇ ਵਿੱਚ ਰਹਿਣ ਵਾਲੇ ਡਾਇਸਪੋਰਾ ਹੈਗੇ, ਅਸੀਂ ਅਮਰੀਕਾ ਦੇ ਵਿੱਚ, ਮੈਂ ਨਿਊਯਾਰਕ ਤੋਂ ਤੁਹਾਡੇ ਨਾਲ ਇਹ ਪ੍ਰੋਗਰਾਮ ਪੇਸ਼ ਕਰੀ। ਇੱਥੇ ਦੀ ਕਮਿਊਨਿਟੀਜ਼ ਦੇ ਨਾਲ ਲਗਾਤਾਰ ਸਾਨੂੰ ਡਿਸਕਸ਼ਨ ਕਰਨ ਦਾ ਮੌਕਾ ਮਿਲਦਾ ਹੈ ਐਂਡ ਬਾਰ-ਬਾਰ ਇੱਕ ਆਵਾਜ਼ ਗੂੰਜਦੀ ਹੈ ਕਿ ਜੋ ਕੁਝ 1984 ਦੇ ਵਿੱਚ ਵਾਪਰਿਆ ਨਾ ਅਸੀਂ ਭੁੱਲ ਸਕਦੇ ਹਾਂ, ਨਾ ਅਸੀਂ ਭੁੱਲਾਂਗੇ। ਬਟ ਕੁਝ ਇਹੋ ਜਿਹੇ ਹਲੇ ਵੀ ਇੰਡੀਵਿਜੂਅਲਸ ਹਨ ਜਿਨ੍ਹਾਂ ਨੇ ਆਪ ਅੱਖੋਂ ਵੇਖਿਆ ਕੀ ਕੁਝ ਹੋਇਆ, ਭਾਵੇਂ ਉਹ ਜੂਨ ਦੇ ਦਿਨਾਂ ਦੇ ਵਿੱਚ ਜਾਂ ਉਸ ਤੋਂ ਬਾਅਦ ਜੋ ਵਾਇਲੈਂਸ, ਜੋ ਜੈਨੋਸਾਈਡ, ਜੋ ਮੈਸੇਕਰਸ ਨਵੰਬਰ ਦੇ ਵਿੱਚ ਹੋਏ ਹਨ, ਉਹਨਾਂ ਨੂੰ ਲੈ ਕੇ ਵੀ ਕੁਝ ਆਈ ਵਿਟਨੈਸਿਸ ਸਾਡੇ ਨਾਲ ਮੌਜੂਦ ਹੈਗੇ। ਇਨਫੈਕਟ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇੱਕ ਇਹੋ ਜਿਹੇ ਹੀ ਗੈਸਟ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਲੈ ਕੇ ਆਏ ਹਾਂ ਜੋ ਕਿ ਆਪ ਦੇ ਆਈ ਵਿਟਨੈਸ ਐਕਸਪੀਰੀਅੰਸ ਨੂੰ, ਉਸ ਨਵੰਬਰ 1984 ਦੇ ਆਈ ਵਿਟਨੈਸ ਐਕਸਪੀਰੀਅੰਸ ਨੂੰ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਖੁੱਲ੍ਹੇ ਤੌਰ 'ਤੇ ਸ਼ੇਅਰ ਕਰਨਗੇ। ਹੁਣ ਮੈਂ ਸਵਾਗਤ ਕਰਦੀ ਹਾਂ ਸਾਡੇ ਅੱਜ ਸ਼ਾਮ ਦੇ ਗੈਸਟ ਨੂੰ। ਸਭ ਤੋਂ ਪਹਿਲੇ ਕਰਮਜੀਤ ਸਿੰਘ ਜੀ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਰੋਤਿਆਂ ਨੂੰ ਅਤੇ ਜਸਟ ਪੰਜਾਬੀ ਟੀਵੀ ਦੇ ਸਮੂਹ ਸਟਾਫ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਮਜੀਤ ਸਿੰਘ ਜੀ, ਇਹ ਮੁੱਦਾ ਚੱਕਣਾ, ਇਹਦੇ ਬਾਰੇ ਗੱਲ ਕਰਨਾ ਬਹੁਤ ਹੀ ਔਖਾ ਸਾਡੇ ਸਾਰਿਆਂ ਲਈ ਹੈ, ਬਟ ਤੁਹਾਡੇ ਵਰਗਿਆਂ ਲਈ ਜਿਨ੍ਹਾਂ ਨੇ ਆਪ ਉਨ ਦਿਨਾਂ ਵਿੱਚੋਂ ਸਭ ਕੁਝ ਵੇਖਿਆ, ਤੁਸੀਂ ਉਨ ਦਿਨਾਂ ਵਿੱਚੋਂ ਆਪ ਲੰਘੇ ਹੋ, ਤੁਸੀਂ ਅੱਜ ਸਾਡੇ ਨਾਲ ਜੁੜੇ ਹੋ ਆਪ ਦਾ ਐਕਸਪੀਰੀਅੰਸ ਸ਼ੇਅਰ ਕਰਨ ਲਈ। ਸਭ ਤੋਂ ਪਹਿਲੇ ਤਾਂ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਨਾਲ ਅੱਜ ਜੁੜੇ। ਕਰਮਜੀਤ ਸਿੰਘ ਜੀ, ਅੱਜ ਅਸੀਂ ਉਸ ਨਵੰਬਰ ਦੌਰ ਦੇ ਬਾਰੇ ਤੁਹਾਡੇ ਨਾਲ ਥੋੜ੍ਹੀ ਜਿਹੀ ਡਿਸਕਸ਼ਨ ਕਰਨਾ ਚਾਹੁੰਦੇ ਹਾਂ, ਜਿਹਦੇ ਵਿੱਚ ਇੰਡੀਆ ਵਿੱਚ ਵਸਦੇ ਹੋਏ ਨਾਗਰਿਕ, ਇੰਡੀਅਨ ਮੁਲਕ ਦੇ ਨਾਗਰਿਕ ਸਿੱਖਾਂ ਨੂੰ ਚੁਣ ਕੇ ਮਾਰਿਆ ਗਿਆ। ਕਰਮਜੀਤ ਸਿੰਘ ਜੀ, ਸਭ ਤੋਂ ਪਹਿਲੇ ਤਾਂ ਉਸ ਦੌਰ ਦੇ ਦੌਰਾਨ, ਖਾਸ ਕਰਕੇ ਨਵੰਬਰ ਦੇ ਉਨ ਦਿਨਾਂ ਦੇ ਵਿੱਚ ਤੁਸੀਂ ਕਿੱਥੇ ਸੀਗੇ? ਮੈਂ ਉਸ ਵੇਲੇ ਮਾਨਸਰੋਵਰ ਪਾਰਕ ਹੈ ਦਿੱਲੀ ਦਾ, ਜਿਹੜਾ ਜਮਨਾ ਪਾਰ ਦਾ ਇਲਾਕਾ ਹੈ, ਉੱਥੇ ਮੈਂ ਰਹਿ ਰਿਹਾ ਸੀ। ਮੇਰੇ ਨਾਲ ਇੱਕ ਹੋਰ ਪੰਜਾਬੀ ਜਿਹੜਾ ਸਿੱਖ ਨੌਜਵਾਨ ਸੀਗਾ ਜਿਹਦਾ ਨਾਮ ਬਲਦੇਵ ਸਿੰਘ ਸੀਗਾ, ਤੇ ਅਸੀਂ ਉੱਥੇ ਰਹਿ ਰਹੇ ਸੀ। ਔਰ ਦੀਵਾਲੀ ਸੈਲੀਬ੍ਰੇਟ ਕਰਨ ਤੋਂ ਬਾਅਦ ਅਸੀਂ ਜੋ ਪੰਜਾਬ ਤੋਂ ਵਾਪਸ ਹੋਏ ਸੀ, ਤਾਂ ਅਸੀਂ ਉੱਥੇ ਜਿਹੜਾ ਮਕਾਨ ਕਿਰਾਏ 'ਤੇ ਲਿਆ ਹੋਇਆ ਸੀ ਮਾਨਸਰੋਵਰ ਪਾਰਕ ਦੇ ਵਿੱਚ, ਜੋ ਸ਼ਾਹਦਰਾ ਦੇ ਵਿੱਚ ਪੈਂਦਾ, ਉੱਥੇ ਮੈਂ ਰਹਿ ਰਿਹਾ ਸੀ ਜੀ। ਕਰਮਜੀਤ ਜੀ, ਜਦੋਂ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋਈ, ਕਿਸ ਤਰ੍ਹਾਂ ਮਾਹੌਲ ਇੱਕਦਮ ਬਦਲਿਆ? ਅਸਲ ਵਿੱਚ ਜਿਹੜਾ ਇੰਦਰਾ ਗਾਂਧੀ ਦਾ ਕਤਲ ਹੋਇਆ ਨਾ, ਇਹ ਇੱਕ ਅਚਾਨਕ ਵਾਪਰਨ ਵਾਲੀ ਬਹੁਤ ਵੱਡੀ ਰਾਜਨੀਤਿਕ ਘਟਨਾ ਸੀ ਹਿੰਦੁਸਤਾਨ ਦੇ ਪੱਖ ਤੋਂ, ਤੇ ਸਿੱਖ ਆਪਣੇ ਆਪ ਨੂੰ ਉਹਦੇ ਲਈ ਕੋਈ ਪ੍ਰਪੇਅਰ ਨਹੀਂ ਸਨ, ਕਿਉਂਕਿ ਇਹ ਹਾਲਾਂਕਿ ਇੱਕ ਨਾਰਮਲ ਗੱਲ ਜਾਪਦੀ ਸੀ ਕਿ ਇੰਦਰਾ ਗਾਂਧੀ ਨੇ ਬਹੁਤ ਹੀ ਵੱਡੀ ਵਧੀਕੀ ਸਿੱਖ ਕੌਮ ਨਾਲ ਕੀਤੀ ਹੈ ਕਿ ਸਿੱਖ ਕੋਈ ਨਾ ਕੋਈ ਐਸਾ ਕਦਮ ਜ਼ਰੂਰ ਉਠਾਉਣਗੇ ਜਿਹਦੇ ਨਾਲ
ਉਹਨਾਂ ਨੂੰ ਆਪਣੀ ਕੌਮ ਤੇ ਹੋਏ ਅਤਿਆਚਾਰ ਦਾ ਬਦਲਾ ਲੈਣ ਦੇ ਵਿੱਚ ਉਹਨਾਂ ਨੂੰ ਮਾਨਸਿਕ ਸੰਤੁਸ਼ਟੀ ਹੋਵੇ ਜਾਂ ਉਹਨਾਂ ਦੀਆਂ ਇਤਿਹਾਸਕ ਪਰੰਪਰਾਵਾਂ ਦੀ ਜਿਹੜੀ ਪੁਸ਼ਟੀ ਹੁੰਦੀ ਹੋਵੇ। ਪਰ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਹੈ, ਮੈਂ ਸਮਝਦਾ ਉਹਦੇ ਲਈ ਕਿਸੇ ਤਰ੍ਹਾਂ ਵੀ ਇਹਨੂੰ ਪ੍ਰਪੇਅਰ ਨਹੀਂ ਸੀਗੇ ਕਿ ਇੰਦਰਾ ਗਾਂਧੀ ਦਾ ਕਤਲ ਹੋਵੇਗਾ। ਫਿਰ ਉਸ ਤੋਂ ਬਾਅਦ ਸਰਕਾਰ ਵੱਲੋਂ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਸਿੱਖਾਂ ਦਾ ਕਤਲੇਆਮ ਕੀਤਾ ਜਾਏਗਾ। ਤਾਂ ਉਸ ਤੋਂ ਵੀ ਜ਼ਿਆਦਾ ਇਹ ਇਸ ਕਰਕੇ ਦੁਖਦਾਈ ਹੋ ਗਿਆ ਕਿਉਂਕਿ ਅਗਰ ਇਹ ਜਨਤਾ ਵਰਸਸ ਸਿੱਖ ਜਿਹੜੇ ਕਤਲੇਆਮ ਹੁੰਦਾ, ਇਹਦੀ ਤਸਵੀਰ ਹੋਰ ਹੋਣੀ ਸੀ। ਤਾਂ ਇਹ ਜਿਹੜਾ ਕਤਲੇਆਮ ਸੀਗਾ ਅਸਲ ਵਿੱਚ ਕਾਂਗਰਸ ਦੀ ਸੈਂਟਰ ਸਰਕਾਰ, ਉਹਦੇ ਜਿਹੜੇ ਅਹੁਦੇਦਾਰ ਸੀ, ਆਫਿਸ ਬੀਰਰ ਕਾਂਗਰਸ ਦੇ, ਤੇ ਉਹਨਾਂ ਦੇ ਪਾਲਤੂ ਗੁੰਡੇ, ਉਹਨਾਂ ਦੇ ਗੈਂਗਸਟਰ ਜਿਹੜੇ ਟੋਲੇ ਸੀਗੇ, ਇਹ ਉਹਨਾਂ ਦੁਆਰਾ ਪ੍ਰਯੋਜਿਤ ਕੀਤਾ ਇੱਕ ਕਤਲੇਆਮ ਸੀਗਾ। ਸੋ ਇਸ ਕਰਕੇ ਇੱਕ ਅਣਕਿਆਸਿਆ ਇੱਕ ਵਰਤਾਰਾ ਸੀਗਾ ਜਿਸ ਦੇ ਲਈ ਪੰਜਾਬ ਤੇ ਇਸ ਤੋਂ ਬਾਹਰਲੇ ਸਿੱਖ ਕਿਸੇ ਤਰ੍ਹਾਂ ਵੀ ਤਿਆਰ ਨਹੀਂ ਸੀਗੇ। ਜੀ ਜੀ, ਤੁਹਾਡੀ ਕਿੰਨੀ ਕੁ ਉਮਰ ਸੀਗੀ ਉਸ ਵੇਲੇ ਕਰਮਜੀਤ ਸਿੰਘ ਜੀ? ਰਿਪੀਟ ਕਰੋ ਪਲੀਜ਼। ਜੀ, ਐਂਡ ਉਸ ਨੌਜਵਾਨੀ ਦੇ ਵਿੱਚ ਜਦੋਂ ਤੁਹਾਨੂੰ ਪਤਾ ਲੱਗਿਆ ਇਹ ਸਾਰਾ ਕੁਝ ਵਾਪਰਿਆ ਹੈ, ਤੁਸੀਂ ਤੇ ਤੁਹਾਡੇ ਜੋ ਨਾਲ ਰਹਿਣ ਵਾਲੇ ਸੀਗੇ ਬਲਦੇਵ ਸਿੰਘ ਜੀ, ਤੁਸੀਂ ਆਪਸ ਵਿੱਚ ਕੀ ਕੁਝ ਕਿਹਾ ਕਿ ਸਾਨੂੰ ਇੱਥੋਂ ਜਾਣਾ ਚਾਹੀਦਾ ਹੈ, ਸਾਨੂੰ ਇੱਥੋਂ ਨਿਕਲਣਾ ਚਾਹੀਦਾ ਹੈ? ਕੀ ਤੁਹਾਡੇ ਵਿੱਚ ਆਪਸ ਕੀ ਕੁਝ ਗੱਲ ਹੋਈ? ਅਸਲ ਵਿੱਚ ਕਿਉਂਕਿ ਅਸੀਂ ਇੱਕ ਸਿੱਖ ਵਿਰਸੇ ਵਿੱਚ ਪਲੇ ਹੋਏ ਸੀਗੇ ਦੋਨੋਂ, ਔਰ ਮੈਨੂੰ ਯਾਦ ਹੈ ਕਿ ਜਿਸ ਵੇਲੇ 3 ਨਵੰਬਰ ਨੂੰ ਜਿਹੜਾ ਸਾਡੇ ਤੇ ਅਟੈਕ ਹੋਇਆ, ਤਾਂ 2 ਨਵੰਬਰ ਨੂੰ ਜਿਸ ਵੇਲੇ ਇਹ ਗੱਲਬਾਤ ਚੱਲ ਰਹੀ ਸੀਗੀ, ਸਾਨੂੰ ਜਿਹੜੇ ਨਾਲ ਦੇ ਸਾਡੇ ਯੂਪੀ ਦੇ ਜਿਹੜੇ ਹੋਰ ਮਜ਼ਦੂਰ ਜਿਹੜੇ ਸਾਡੇ ਨਾਲ ਰਹਿ ਰਹੇ ਸੀ ਉਸ ਬਿਲਡਿੰਗ ਦੇ ਵਿੱਚ, ਉਹਨਾਂ ਨੇ ਸਾਨੂੰ ਦੱਸਿਆ ਕਿ ਸਿੱਖਾਂ ਦਾ ਨਾ ਚੁਣ ਚੁਣ ਕੇ ਕਤਲ ਕੀਤਾ ਜਾ ਰਿਹਾ ਹੈ, ਉਹਨਾਂ ਦੇ ਘਰ ਲੁੱਟੇ ਜਾ ਰਹੇ ਹਨ, ਦੁਕਾਨਾਂ ਲੁੱਟੀਆਂ ਜਾ ਰਹੀਆਂ ਹਨ। ਤਾਂ ਜਿਹੜੀ ਕੁਝ ਏਰੀਏ ਦੇ ਵਿੱਚ ਸਿੱਖ ਇਕੱਠੇ ਹੋ ਕੇ ਨਾ ਇੱਕ ਸ਼ਰਨਾਰਥੀ ਕੈਂਪਾਂ ਦੇ ਵਿੱਚ ਜਾ ਰਹੇ ਨੇ, ਵੀ ਤੁਹਾਨੂੰ ਉੱਥੇ ਹੀ ਚਲੇ ਜਾਣਾ ਚਾਹੀਦਾ ਹੈ। ਤਾਂ ਮੈਨੂੰ ਯਾਦ ਹੈ ਮੈਂ ਔਰ ਬਲਦੇਵ ਨੇ ਸਾਨੇ ਇਹਨੂੰ ਇੱਕ ਇੰਨੇ ਮਜ਼ਾਕੀਆ ਲਹਿਜੇ ਵਿੱਚ ਲਿਆ ਕਿਉਂਕਿ ਅਸੀਂ ਇੱਕ ਉਸ ਕੌਮ ਨਾਲ ਸੰਬੰਧ ਰੱਖਦੇ ਸੀ ਜਿਹਨੂੰ ਜਾਨ ਹਥੇਲੀ ਤੇ ਰੱਖਣਾ ਤਾਂ ਇੱਦਾਂ ਲੱਗਦਾ ਸੀ ਚੁਟਕੀ ਦਾ ਕੰਮ ਹੈ। ਸੋ ਅਸੀਂ ਉਹਨੂੰ ਜਦੋਂ ਆਪਸ ਦੇ ਵਿੱਚ ਵਿਚਾਰ ਕੀਤਾ ਕਿ ਯਾਰ ਇਹ ਕਹਿ ਰਹੇ ਨੇ ਆਪਾਂ ਨੂੰ ਕਿ ਇਸ ਤਰ੍ਹਾਂ ਸ਼ਰਨਾਰਥੀ ਕੈਂਪ ਵਿੱਚ ਚਲੇ ਜਾਓ ਤੁਸੀਂ, ਤੁਹਾਡੇ ਤੇ ਅਟੈਕ ਨਾ ਹੋ ਜਾਏ, ਤਾਂ ਇਹ ਬੜੀ ਹਾਸੋਹੀਣੀ ਗੱਲ ਕਰ ਰਹੇ ਨੇ ਵੀ ਕਿਵੇਂ ਹੋ ਸਕਦਾ ਆਪਾਂ ਭਈਆਂ ਕੋਲੋਂ ਡਰ ਕੇ, ਇੱਕ ਇਹਨਾਂ ਲੋਕਾਂ ਕੋਲ ਡਰ ਕੇ ਸ਼ਰਨਾਰਥੀ ਕੈਂਪ ਵਿੱਚ ਸ਼ਰਨ ਲੈ ਲਈ ਜਾ ਕੇ। ਸਾਨੂੰ ਆਪਣੇ ਆਪ ਤੇ ਨਾ ਬੜਾ ਮਜ਼ਾਕੀਆ ਲੱਗ ਰਿਹਾ ਸੀਗਾ ਵੀ ਸਾਨੂੰ ਇਹ ਮਜ਼ਾਕ ਕਰ ਰਹੇ ਨੇ, ਵੀ ਅਸੀਂ ਜਿਵੇਂ ਇੱਦਾਂ ਲੱਗਦਾ ਸੀ ਸਾਨੂੰ ਵੀ ਅਸੀਂ ਲੱਖਾਂ ਫੌਜਾਂ ਦਾ ਜਿਵੇਂ ਮੁਕਾਬਲਾ ਕਰ ਲਿਆਂਗੇ। ਔਰ ਅਸੀਂ ਮਾਨਸਿਕ ਤੌਰ ਤੇ ਵੀ ਮੈਨੂੰ ਯਾਦ ਹੈ ਜਿਸ ਵੇਲੇ ਅਸੀਂ ਇਹ ਵਿਚਾਰ ਕਰ ਰਹੇ ਸੀ ਤਾਂ ਅਸੀਂ ਸੋਚੀਏ ਵੀ ਸਾਡੇ ਕੋਲ ਹਥਿਆਰ ਕੀ ਹੈ, ਤਾਂ ਮੈਂ ਬਲਦੇਵ ਸਿੰਘ ਨੂੰ ਹੱਸਦੇ ਕਿਹਾ ਕਿ ਆਪਣੇ ਕੋਲ ਤਵਾ ਹੈ, ਇੱਕ ਸਿਰਫ ਆਪਾਂ ਤਵਾ ਹੀ ਮਾਰ ਸਕਦੇ ਹਾਂ, ਉਹਨਾਂ ਦੇ ਰੋਟੀ ਪਕਾਉਣ ਵਾਲਾ ਹੈ। ਤਾਂ ਅਸੀਂ ਮਾਨਸਿਕ ਤੌਰ ਤੇ ਇਹਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ। ਅਸੀਂ ਇਸ ਗੱਲ ਤੋਂ ਅਣਜਾਣ ਸੀ ਕਿ 500 ਜਾਂ 1000 2000 ਬੰਦਾ ਜਦੋਂ ਸਾਡੇ ਤੇ ਅਟੈਕ ਕਰੇਗਾ ਤਾਂ ਉਹਦੀ ਮੈਨ ਪਾਵਰ ਕਿੰਨੀ ਜ਼ਿਆਦਾ ਇੰਟੈਗਰੇਟਡ ਸਾਡੇ ਤੋਂ ਹੋ ਜਾਏਗੀ। ਸੋ ਉਸ ਚੀਜ਼ ਤੋਂ ਅਸੀਂ ਅਣਜਾਣ ਸੀ। ਅਸੀਂ ਇਹਨੂੰ ਜਜ਼ਬਾਤੀ ਤੌਰ ਤੇ ਦੇਖ ਰਹੇ ਸੀ ਕਿ ਅਸੀਂ 2 ਬੰਦੇ ਆ, ਅਸੀਂ ਭਈਆਂ ਤੋਂ ਕੀ ਡਰ ਜਾਵਾਂਗੇ, ਅਸੀਂ ਉਹਨਾਂ ਦਾ ਆਸਾਨੀ ਨਾਲ ਮੁਕਾਬਲਾ ਕਰ ਲਿਆਂਗੇ। ਕਰਮਜੀਤ ਜੀ, ਕਦੋਂ ਤੁਹਾਨੂੰ ਦੋਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਇਹ ਕਿ ਤੁਹਾਡੀ ਇਹ ਗਲਤ ਫਹਿਮੀ ਕਿੰਨੀ ਕੁ ਵੱਡੀ ਸੀ? ਕਦੋਂ ਉਸ ਚੀਜ਼ ਦਾ ਅਹਿਸਾਸ ਹੋਇਆ ਕਿ ਇਹ ਸਿਰਫ 2 ਪਈਆਂ ਦੀ ਕੋਈ ਧਮਕੀ ਨਹੀਂ ਸੀਗੀ, ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਸੀਗੀ? ਇਹਦਾ ਅਹਿਸਾਸ ਮੈਨੂੰ ਉਦੋਂ ਹੋਇਆ 3 ਤਾਰੀਖ ਨੂੰ, ਜਿਸ ਵੇਲੇ ਜਿਹੜਾ ਇੱਕ ਮੋਹਿੰਦਰ ਸਿੰਘ ਸੀਗਾ, ਉਹਦੀ ਵਾਈਫ ਤੇ ਉਹਦੇ ਬੱਚੇ ਸਾਡੇ ਕਮਰੇ ਦੇ ਨਾਲ ਲੈ ਰਹੇ ਸੀ। ਉਹਨਾਂ ਦੇ ਕੁਝ ਰਿਲੇਟਿਵ ਨੇ ਜਿਹੜੇ ਉਹ ਸਾਹਮਣੇ ਨੰਦ ਨਗਰੀ ਦੇ ਵਿੱਚ ਰਹਿੰਦੇ ਸੀ, ਉਹਨਾਂ ਦਾ ਰਿਲੇਟਿਵ ਆ ਜਿਹਨਾਂ ਨੂੰ ਦੱਸਿਆ ਕਿ ਅੱਜ ਜਿਹੜੇ ਤੁਹਾਡੇ ਕੋਲ ਸਰਦਾਰ ਰਹਿ ਰਹੇ ਨੇ ਉਹਨਾਂ ਦੇ ਉੱਤੇ ਅੱਜ ਅਟੈਕ ਹੋਣਾ ਪੋਸੀਬਲ ਹੈ, 100% ਸ਼ੋਰ ਹੈ ਕਿ ਅੱਜ ਉਹਨਾਂ ਤੇ ਅਟੈਕ ਹੋਏਗਾ। ਤਾਂ ਉਹਨਾਂ ਨੇ ਜਿਸ ਵੇਲੇ ਸਾਨੂੰ ਕਿਹਾ ਕਿ ਕਰਮਜੀਤ ਔਰ ਬਲਦੇਵ ਆਪ ਚਲੇ ਜਾਓ ਕਿਉਂਕਿ ਆਪਕੇ ਉੱਪਰ ਅੱਜ ਅਟੈਕ ਪੱਕਾ ਹੈ। ਸੋ ਉਹਨਾਂ ਨੂੰ ਜਿਸ ਵੇਲੇ ਉਹਨਾਂ ਨੂੰ ਜਿਹੜਾ ਇਹ ਕਹਿਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਕਰੋ, ਆਪਣੇ ਕੇਸ ਕਟਵਾ ਲਓ, ਤਾਂ ਅਸੀਂ ਉਸ ਗੱਲ ਨੂੰ ਵੀ ਥੋੜੀ ਗੰਭੀਰਤਾ ਨਾਲ ਲੈ ਲਿਆ ਸੀ ਕਿ ਇਹ ਨਹੀਂ ਹੋ ਸਕਦਾ ਕਿ ਕੇਸ ਅਸੀਂ ਨਹੀਂ ਕਟਵਾਉਣੇ।
ਪਰ ਜਦੋਂ ਮੇਰੇ ਨਾਲ ਬਲਦੇਵ ਸਿੰਘ ਸੀਗਾ, ਉਹਨੂੰ ਜਿਹੜੀ ਹੈ ਉਹਦੀ ਮਹਿੰਦਰ ਸਿੰਘ ਜਿਹੜਾ ਯੂਪੀ ਵਾਲਾ ਸੀ, ਉਹਦੀ ਮਿਸਿਸ ਕਹਿਣ ਲੱਗੀ, ਕਰਮਜੀਤ तू अकेला है तो मर जाएगा, तेरा कोई फर्क नहीं पड़ता। लेकिन तो एक जानकारी है बलदेव सिंह ने, इसके 4 बच्चे हैं, बुरुल जाएंगे 4 के 4 बच्चे, तो तुम्हें जरूर जाना चाहिए, शरणार्थी कैंप में चले जाओ या बाल वगैरह कटवा के अपना फेस बदलो। तो मैंने उस वक्त तक भी मैनू हाले गंभीरता का नहीं पता लग्या सी कि इन्नी किन्नी क अग्रैसिव जी गल है, किन्ना इहदा गंभीर परिणाम किन्ने होने। असीं उहनूं उदों तक भी लाइटली लै रहे सी, पर ज्यों ही मैं बाल कटवा के अपने मैं बाथरूम दे विच वड़िया तां उसे वेले जिहड़ी है ना बाहर जिहड़ी शोर शराबा शुरू हो गया कि सरदारों को बाहर निकालो, घर को आग लगा देंगे। ਤਾਂ ਉਹ ਆਵਾਜ਼ਾਂ ਵੱਧਦੀਆਂ ਇੰਨੀਆਂ ਕੁ ਆਵਾਜ਼ਾਂ ਹੋ ਗਈਆਂ ਤਾਂ ਲੱਗਦਾ ਜਿਵੇਂ 4-5 ਹਜ਼ਾਰ ਬੰਦੇ ਦੀ ਆਵਾਜ਼ ਬਾਹਰੋਂ ਆ ਰਹੀ ਹੋਵੇ ਕਿ ਘਰ ਕੇ ਦਰਵਾਜ਼ੇ ਤੋੜ ਦੇਂਗੇ, ਆਗ ਲਗਾ ਦੇਂਗੇ, ਇਸਕੋ ਖੋਲ ਦੋ। ਮੈਨੂੰ ਅਸਲ ਵਿੱਚ ਇਹਦੀ ਜਿਹੜੀ ਹੈ ਸੀਰੀਅਸਨੈਸ ਹੋਣ ਦਾ ਇਸ ਦਾ ਅੰਦਾਜ਼ਾ ਮੈਨੂੰ ਉਦੋਂ ਲੱਗਿਆ ਕਿ ਅਸੀਂ ਕਿੰਨੇ ਕੁ ਵੱਡੇ ਜਿਹੜੀ ਨੇ ਪ੍ਰੋਬਲਮ ਦੇ ਵਿੱਚ ਆ ਚੁੱਕੇ ਹਾਂ। ਸੋ ਉਸ ਤੋਂ ਪਹਿਲਾਂ ਸਾਨੇ ਇਸ ਦਾ ਅੰਦਾਜ਼ਾ ਹੀ ਨਹੀਂ ਲਾਇਆ ਸੀ। ਤਾਂ ਜਿਸ ਵੇਲੇ ਉਹਨਾਂ ਨੇ ਘਰ ਦੀ ਤਲਾਸ਼ੀ ਲਿਆ ਦੀ, ਹਜ਼ਾਰਾਂ ਬੰਦੇ ਅੰਦਰ ਜਿਹੜੇ ਮਕਾਨ ਦੇ ਅੰਦਰ ਘੁਸ ਆਏ, ਜਦੋਂ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ, ਤਾਂ ਮੈਨੂੰ ਉਸ ਵੇਲੇ ਅੰਦਾਜ਼ਾ ਹੋਇਆ ਕਿ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਹੈ ਜਿਸ ਦੇ ਵਿੱਚ ਹਜ਼ਾਰਾਂ ਬੰਦੇ ਜਿਹੜੇ ਨੇ ਉਹਨਾਂ ਮੌਬਸ ਨੂੰ, ਉਹਨਾਂ ਕਤਲ ਕਰਨ ਵਾਲੇ ਟੋਲਿਆਂ ਨੂੰ ਜਿਹੜੇ ਉਹਦੇ ਵਿੱਚ ਹਿੱਸਾ ਬਣ ਚੁੱਕੇ ਨੇ। ਮੈਨੂੰ ਉਸ ਵੇਲੇ ਉਸ ਦੀ ਗੰਭੀਰਤਾ ਦਾ ਪਤਾ ਲੱਗਿਆ। ਸਾਡੇ ਨਾਲ ਅੱਜ ਇੱਕ ਇਹੋ ਜਿਹੇ ਆਈ ਵਿਟਨੈਸ ਜੁੜੇ ਹਨ ਜੋ ਕਿ ਆਪ ਦਿੱਲੀ ਦੇ ਵਿੱਚ ਨਵੰਬਰ ਦੇ ਉਨ ਦਿਨਾਂ ਦੇ ਵਿੱਚ ਮੌਜੂਦ ਸੀ ਜਦੋਂ ਸਿੱਖਾਂ ਦਾ ਕਤਲੇਆਮ ਲਗਾਤਾਰ ਹੋ ਰਿਹਾ ਸੀ। ਕਰਮਜੀਤ ਸਿੰਘ ਜੀ, ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਕਿਸ ਤਰ੍ਹਾਂ ਤੁਸੀਂ ਤੇ ਤੁਹਾਡੇ ਰਹਿਣ ਨਾਲ ਜੋ ਰਹਿ ਰਹੇ ਸੀ ਬਲਦੇਵ ਸਿੰਘ ਜੀ ਦੇ ਨਾਲ ਕੀ ਕੁਝ ਹੋਇਆ, ਕਿੰਨੀ ਸੀਰੀਅਸ ਉਹ ਚੇਤਾਵਨੀ ਸੀਗੀ ਜੋ ਤੁਹਾਨੂੰ ਹੋਰਾਂ ਤੋਂ ਮਿਲ ਰਹੀ ਸੀ, ਉਹਦਾ ਅਹਿਸਾਸ ਤੁਹਾਨੂੰ ਤਦ ਹੋਇਆ ਜਦੋਂ ਤੁਹਾਡੇ ਮੁਹੱਲੇ ਦੇ ਵਿੱਚ, ਤੁਹਾਡੀ ਗਲੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਵਾਜ਼ਾਂ ਉੱਠ ਰਹੀਆਂ ਸੀ, ਕੱਢੋ ਇਹਨਾਂ ਨੂੰ ਅਸੀਂ ਜਲਾਣਾ, ਇਹਨਾਂ ਨੂੰ ਅਸੀਂ ਮਾਰਨਾ ਹੈ। ਕਰਮਜੀਤ ਸਿੰਘ ਜੀ, ਉਸ ਪੁਆਇੰਟ ਤੋਂ ਬਾਅਦ ਕੀ ਹੋਇਆ? ਤੁਸੀਂ ਬਾਥਰੂਮ ਵਿੱਚ ਸੀਗੀ, ਤੁਹਾਨੂੰ ਇਹ ਆਵਾਜ਼ਾਂ ਸੁਣ ਰਹੀਆਂ ਸੀ, ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਜਿਸ ਵੇਲੇ ਇਹ ਆਵਾਜ਼ਾਂ ਜਿਹੜੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਤਾਂ ਉਹਨਾਂ ਨੇ ਜਿਹੜੇ ਮੇਰੇ ਨਾਲ ਦੇ ਜਿਹੜੇ ਯੂਪੀ ਵਾਲੇ ਸੀ ਬੰਦੇ, ਉਹਨਾਂ ਨੇ ਫਟਾਫਟ ਬਲਦੇਵ ਸਿੰਘ ਦੇ ਵੀ ਜਿਹੜੇ ਕੇਸ ਕਤਲ ਕਰਕੇ ਜੂੜੇ ਜਿਹੜੇ ਸੀਗੇ ਉਹ ਨੀਚੇ ਜਿਹੜੀ ਅਲਮਾਰੀ ਸੀ ਇੱਕ ਕਾਰਨਰ ਦੇ ਵਿੱਚ ਲਪੋ ਦਿੱਤੇ, ਔਰ ਮੇਰੇ ਨਾਲ ਦਾ ਜਿਹੜਾ ਬਲਦੇਵ ਸਿੰਘ ਸੀਗਾ ਉਸ ਨੂੰ ਉੱਪਰਲੇ ਜਿਹੜੇ ਫਸਟ ਫਲੋਰ ਦੇ ਉੱਤੇ ਜਿਹੜੇ ਹੋਰ ਜਿਹੜੇ ਕਿਰਾਏਦਾਰ ਰਹਿ ਰਹੇ ਸੀ ਉਹਨਾਂ ਦੇ ਨਾਲ ਉਹਨੂੰ ਸ਼ਾਮਲ ਕਰਕੇ ਬਿਠਾ ਦਿੱਤਾ ਗਿਆ। ਔਰ ਜਿਹੜੇ ਮੌਬ ਸੀਗੇ, ਜਿਹੜੇ ਕਾਤਲ ਕਰਨ ਵਾਲੇ ਟੋਲੇ ਸੀ, ਉਹਨਾਂ ਨੇ ਸਾਰੇ ਘਰ ਦੀ ਤਲਾਸ਼ੀ ਆ ਕੇ ਇਸ ਤਰ੍ਹਾਂ ਲਈ ਤਾਂ ਉਹਨਾਂ ਨੂੰ ਇਹ ਮਤਲਬ ਜਿਹੜਾ ਲੱਭਣਾ ਸਾਨੂੰ ਕਾਫੀ ਔਖਾ ਹੋ ਗਿਆ ਕਿ ਸਰਦਾਰ यहाँ ਕੌਣ ਹੈ। ਤਾਂ ਮੈਨੂੰ ਯਾਦ ਹੈ ਜਿਸ ਵੇਲੇ ਉਹ ਜਿਹੜੇ ਤਲਾਸ਼ੀ ਲੈਂਦੇ ਆ ਰਹੇ ਸੀਗੇ ਤਾਂ ਉਹਨਾਂ ਨੇ ਮੇਰੇ ਬਾਥਰੂਮ ਦੇ ਉੱਤੇ ਵੀ ਆ ਕੇ ਜਿਹੜੀ ਲੋਹੇ ਦੀ ਰੋਡ ਮਾਰੀ ਹੈ ਕਿ यहाँ ਕੌਣ ਹੈ। ਤਾਂ ਮੇਰੇ ਨਾਲ ਵਾਲੇ ਕਮਰੇ ਦੇ ਵਿੱਚ ਇੱਕ ਮੁਸਲਮਾਨ ਜਿਹੜਾ ਲੜਕਾ ਕਿਰਾਏ ਤੇ ਰਹਿ ਰਿਹਾ ਸੀ, ਉਸ ਨੂੰ ਪਤਾ ਸੀ ਕਿ ਇਸ ਬਾਥਰੂਮ ਦੇ ਵਿੱਚ ਕਰਮਜੀਤ ਸਿੰਘ ਜਿਹੜਾ ਨਹਾ ਰਿਹਾ ਔਰ ਇਹਦਾ ਪਕੜਿਆ ਜਾਣਾ 100% ਸ਼ੋਰ ਹੈ ਹੁਣ। ਤਾਂ ਉਹਨੇ ਬੜੇ ਉਹਨਾਂ ਦੇ ਤਰਲੇ ਕੀਤੇ ਕਿ ਹਮਾਰਾ ਆਦਮੀ यहाँ नहा रहा है, इसको मत खोलो। लेकिन वो जिद ते अड़े हुए सी, हमें एक बार देखना है कौन है यहाँ, खोल के दिखाइए। ਤਾਂ ਮੈਨੇ ਜਿਹੜਾ ਉਹਦੇ ਬਾਹਰ ਜਦੋਂ ਰੋਡ ਮਾਰ ਰਹੇ ਸੀ ਗੇਟ ਦੇ ਉੱਤੇ, ਮੈਨੇ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੋਲ੍ਹ ਕੇ ਮੈਨੇ ਇਸ ਤਰ੍ਹਾਂ ਜਿਹੜੇ ਸਿਰ ਨੂੰ ਸਾਬਣ ਵਗੈਰਾ ਲਗਾਈ ਹੋਈ ਸੀ, ਤਾਂ ਕਿਉਂਕਿ ਮੈਨੇ ਜਿਹੜੀ ਦਾੜੀ ਟ੍ਰਿਮ ਕੀਤੀ ਹੋਈ ਸੀ, ਸਿਰ ਦੇ ਮੈਂ ਬਾਲ ਕੱਟੇ ਹੋਏ ਸੀ, ਸਾਰਾ ਸਿਰ ਮੈਨੇ ਸਾਬਣ ਦੇ ਨਾਲ ਝੱਗ ਬਣਾ ਕੇ ਮੂੰਹ ਦੇ ਉੱਤੇ ਆਪਣੇ ਆਪ ਨੂੰ ਛੁਪਾ ਰੱਖਿਆ ਸੀ, ਸਿਰਫ ਅੱਖਾਂ ਹੀ ਥੋੜ੍ਹੀਆਂ ਜਿਹੀਆਂ ਲੱਗੀਆਂ ਸੀ। ਤਾਂ ਮੈਂ ਇਸ ਤਰ੍ਹਾਂ ਗੇਟ ਦੇ ਵਿੱਚੋਂ ਆਪਣਾ ਚਿਹਰਾ ਬਾਹਰ ਕੱਢਿਆ ਤਾਂ ਉਹਨੇ ਮੇਰੇ ਵੱਲ ਟਿਕ ਲਾ ਕੇ ਦੇਖਿਆ, ਜਿਹੜਾ ਉਹਨਾਂ ਦਾ ਕਮਾਂਡਰ ਸੀਗਾ। ਤਾਂ ਉਹ ਜਿਹੜਾ ਪਿੱਛੇ ਹਟ ਗਿਆ, ਤਾਂ ਕਿਉਂਕਿ ਉਹ ਮੁਸਲਮਾਨ ਮੁੰਡਾ, ਉਹਦੀ ਗਵਾਹੀ ਹੋ ਚੁੱਕੀ ਸੀ ਕਿ ਇਹ ਸਾਡਾ ਆਦਮੀ ਨਹਾ ਰਿਹਾ ਹੈ। ਤਾਂ ਇਹ ਦੇਖਦੇ ਹੋਏ ਉਹ ਪਿੱਛੇ ਜਿਹੜੇ ਨਿਕਲਣੇ ਸ਼ੁਰੂ ਹੋ ਗਏ, ਸਾਰੇ ਬਾਹਰ ਜਾਣੇ ਸ਼ੁਰੂ ਹੋ ਗਏ। ਤਾਂ ਜਿਹੜੇ ਹੌਲੀ ਨਿਕਲਦੇ ਉਹ ਸਾਰੇ ਬਾਹਰ ਜਾਣਾ ਸ਼ੁਰੂ ਹੋ ਗਏ। ਜਿਸ ਵੇਲੇ ਉਹ ਬਾਹਰ ਨਿਕਲ ਰਹੇ ਸੀ ਤਾਂ ਅਚਾਨਕ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੀ ਨਜ਼ਰ
ਉਹਨਾਂ ਜੋੜਿਆਂ ਦੇ ਉੱਤੇ ਪੈ ਗਈ ਜਿਹੜੇ ਸਾਡੇ ਸਿਰ ਤੋਂ ਉਹਨਾਂ ਨੇ ਜਿਹੜੇ ਨਾਈ ਨੇ ਕੱਟੇ ਸੀਗੇ, ਉਹ ਅਲਮਾਰੀ ਦੇ ਨੀਚੇ ਜਿਹੜੇ ਲਕੋਏ ਸੀਗੇ। ਉਹ ਕਹਿੰਦਾ ਵੀ यहाँ देखो ये 2 ਜੂੜੇ पड़े हुए हैं, लगता है आदमी यहीं पर है। ਤਾਂ ਫਿਰ ਉਹ ਜਿਹੜੇ ਇੱਕਦਮ ਫਿਰ ਸਾਰਾ ਜਿਹੜਾ ਹਜੂਮ ਸੀਗਾ ਉਹ ਅੰਦਰ ਆ ਗਿਆ। ਉਹਨਾਂ ਨੇ ਫਿਰ ਤਲਾਸ਼ੀ ਸ਼ੁਰੂ ਕੀਤੀ। ਤਾਂ ਜਿਉਂ ਹੀ ਸਾਰੀ ਬਿਲਡਿੰਗ ਦੇ ਉੱਤੇ ਆ ਕੇ ਉਹ ਉੱਪਰ ਚਾਰੇ ਪਾਸੇ ਫੈਲ ਗਏ ਤਾਂ ਮੈਨੂੰ ਇਹ ਪਤਾ ਲੱਗਿਆ ਫਿਰ ਉਹਨਾਂ ਨੇ, ਕਿਉਂਕਿ ਆਪ ਜੀ ਨੇ ਨੋਟ ਕੀਤਾ ਹੋਏਗਾ, ਜੋ ਸਰਦਾਰ ਜਿਹੜੇ ਪਗੜੀ ਬੰਦੇ ਆ ਤਾਂ ਉਹਨੂੰ ਜੇਕਰ ਜਦੋਂ ਪਗੜੀ ਉਤਾਰ ਦਿੰਦੇ ਆ ਉਹਨਾਂ ਦੇ ਸਿਰ ਦੇ ਉੱਤੇ ਨਾ ਇੱਥੇ ਇੱਕ ਤਿਕੋਣ ਦਾ ਨਿਸ਼ਾਨ ਬਣ ਜਾਂਦਾ ਜਿਹੜਾ ਵਾਈਟਨੈਸ ਦਾ। ਤਾਂ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਕੋਈ ਬਹੁਤਾ ਟਾਈਮ ਨਹੀਂ ਲੱਗਿਆ ਕਿ ਇਹ ਯੂਪੀ ਵਾਲੇ ਬੰਦਿਆਂ ਦੇ ਵਿੱਚ ਜੋ ਬੈਠਾ ਹੋਇਆ ਹੈ ਇਹ ਸਰਦਾਰ ਹੈ ਅਸਲ ਦੇ ਵਿੱਚ, ਕਿਉਂਕਿ ਉਹਦੇ ਸਿਰ ਦੇ ਉੱਤੇ ਪਗੜੀ ਦਾ ਨਿਸ਼ਾਨ ਇਸ ਤਰ੍ਹਾਂ ਬਣਿਆ ਹੋਇਆ ਸੀ ਚਮੜੀ ਦੇ ਉੱਤੇ। ਤਾਂ ਉਹਨਾਂ ਨੇ ਉਸ ਨੂੰ ਉਹਦੇ ਸਰੀਏ ਮਾਰਨੇ, ਉਸੇ ਵਾਲੇ ਉਹਦੇ ਪੇੜ ਦੇ ਵਿੱਚ ਸਿਰ ਦੇ ਵਿੱਚ ਸਰੀਏ ਮਾਰਨੇ ਸ਼ੁਰੂ ਕਰ ਦਿੱਤੇ। ਉਹਨੂੰ ਪੁੱਛਿਆ ਕਿ ਬਤਾ ਦੂਸਰਾ ਕਹਾਂ ਹੈ, ਤਾਂ ਉਹਨੇ ਨਹੀਂ ਦੱਸਿਆ ਕਿ ਦੂਸਰਾ ਮੇਰਾ ਆਦਮੀ ਕਿੱਥੇ ਆ, ਕੌਣ ਹੈ ਸਾਡਾ। ਉਹ ਕਹਿੰਦਾ ਮੁਝੇ ਨਹੀਂ ਮਾਲੂਮ। ਤਾਂ ਉਹਦੇ ਸਿਰ ਦੇ ਵਿੱਚ ਸਰੀਏ ਮਾਰਦੇ ਹੋਏ ਉਹਨੂੰ ਉਹਦੇ ਨੇੜੇ ਨਹੀਂ ਲੱਗ ਰਹੇ ਸੀ, ਕਿਉਂਕਿ ਉਹ ਜਿਹੜਾ ਸਰੀਰਕ ਤੌਰ ਤੇ ਨਾ ਬਹੁਤ ਜ਼ਿਆਦਾ ਸਟਰੋਂਗ ਸੀ। ਤਾਂ ਮੈਨੂੰ ਇਸ ਗੱਲ ਦੀ ਇੱਕ ਸ਼ੋਰਟੀ ਆ ਕਿ ਅਗਰ 2 ਬੰਦਿਆਂ ਨੂੰ ਉਹ ਇੱਦਾਂ ਗਰਦਨ ਹੱਥਾਂ ਪਕੜ ਲੈਂਦਾ ਨਾ ਤਾਂ ਦੋਨੇ ਬੰਦਿਆਂ ਨੂੰ ਮਾਰ ਸਕਦਾ ਸੀ। ਪਰ ਉਹ ਬੰਦੇ ਨੇ ਜਿਹੜੇ ਪੜੋਸੀਆਂ ਨੇ ਮੈਨੂੰ ਦੱਸਿਆ ਕਿ ਹੱਥ ਜਿਹੜੇ ਜੋੜ ਨੇ ਉਹਨਾਂ ਦੇ ਅੱਗੇ ਨਹੀਂ ਛੱਡੇ ਤੇ ਉਹ ਸਿਰ ਦੇ ਵਿੱਚ ਉਹਦੇ ਰੌੜ ਮਾਰਦੇ ਰਹੇ, ਸਰੀਏ ਮਾਰਦੇ ਹੋਏ ਉਹਨੂੰ ਉੱਪਰਲੀ ਬਿਲਡਿੰਗ ਤੋਂ ਨੀਚੇ ਸੁੱਟਿਆ ਅੱਧ ਮਰਿਆ ਕਰਕੇ। ਤੇ ਉੱਪਰ ਜਿਹੜੀ ਸਾਡੀ ਰਜਾਈ ਵਗੈਰਾ ਸੀ, ਸਟੋਵ ਦਾ ਸਾਡਾ ਮਿੱਟੀ ਦਾ ਤੇਲ ਕੱਢ ਕੇ ਉਹਨੂੰ ਐਦਾਂ ਹੀ ਜਿਉਂਦੇ ਨੂੰ ਅੱਗ ਲਾ ਦਿੱਤੀ। ਤਾਂ ਹੁਣ ਉਹ ਜਿਹੜਾ ਮੌਬ ਸੀਗਾ ਉਹਨੂੰ ਇਹ ਕਨਫਰਮ ਸੀਗਾ ਕਿ ਦੂਸਰਾ ਬੰਦਾ ਵੀ ਅੰਦਰ ਹੈ। ਤਾਂ ਉਹਨਾਂ ਨੇ ਪੂਰੀ ਜਿਹੜੇ ਟਰੰਕ ਵਗੈਰਾ ਸੀ, ਪੇਟੀਆਂ ਮਾਲਕਾਂ ਨੇ ਉਹ ਸਾਰੀਆਂ ਖੁਲਵਾ ਲਈਆਂ। ਤਾਂ ਹੁਣ ਮੈਨੂੰ ਇਹ ਗੱਲ ਸ਼ੋਰ ਸੀ ਕਿ ਮੇਰਾ ਅੰਤ ਹੁਣ ਬਹੁਤ ਨੇੜੇ ਹੈ, ਕਿਉਂਕਿ ਹੁਣ ਮੈਂ ਬਾਥਰੂਮ ਦੇ ਵਿੱਚ ਵੜਿਆ ਹੋਇਆ, ਹੁਣ ਉਹ ਮੈਨੂੰ ਜ਼ਰੂਰ ਲੱਭ ਲੈਣਗੇ। ਤਾਂ ਇਹ ਸਮੇਂ ਦੌਰਾਨ ਮੈਨੇ ਕੀ ਹੈ ਕਿ ਮੈਨੇ ਜਿਹੜੀ ਦਾੜੀ ਟ੍ਰਿਮ ਕੀਤੀ ਹੋਈ ਸੀ ਇਹ ਮੈਨੇ ਹੱਥਾਂ ਨਾਲ ਜਿਹੜੀ ਪੁੱਟਿਆ ਆਪਣੇ ਆਪ ਨੂੰ ਵੱਧ ਤੋਂ ਵੱਧ ਜਿੰਨਾ ਮੈਂ ਪੁੱਟ ਸਕਦਾ ਸੀ। ਰੁੱਗਾਂ ਦੇ ਰੁੱਗ ਭਰ ਕੇ ਮੈਂ ਪੁੱਟੀ ਦਾੜੀ, ਔਰ ਮੂੰਹ ਦੇ ਉੱਤੇ ਜਿਹੜੀ ਸਾਬਣ ਲਗਾ ਕੇ ਮੈਂ, ਤੇ ਮਨ ਦੇ ਵਿੱਚ ਜਿਹੜਾ ਮੈਂ ਸਤਿਗੁਰ ਨਾਲ, ਇੱਥੋਂ ਮੈਨੂੰ ਪਤਾ ਲੱਗਿਆ ਕਿ ਮੌਤ ਤੇ ਜ਼ਿੰਦਗੀ ਦਾ ਜਿਹੜਾ ਗੈਪ ਹੈ ਬਹੁਤ ਛੋਟਾ ਹੁੰਦਾ ਹੈ। ਤੇ ਮੈਂ ਫਿਰ ਆਪਣੇ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਕਲਗੀਧਰ ਪਿਤਾ ਮੈਨੂੰ ਅੱਜ ਬਚਾ ਲਓ, ਇਹ ਮੇਰੀ ਜ਼ਿੰਦਗੀ ਦਾ ਜੋ ਸਰੀਰ ਦਾ ਠਿੱਕਰ ਹੈ ਇਹ ਤੇਰੇ ਪੰਥ ਦੇ ਨਾਮ ਕਰਾਂਗਾ। ਸੋ ਮੈਨੂੰ ਜਿਹੜਾ ਉਹਨੇ ਗੁਰੂ ਨੇ ਫਿਰ ਇਸ ਤਰ੍ਹਾਂ ਕ੍ਰਿਸ਼ਮਾਮਈ ਢੰਗ ਨਾਲ ਬਚਾਇਆ ਕਿ ਮੈਂ ਹੁਣ ਵੀ ਜਦੋਂ ਦੱਸਦਾ ਤਾਂ ਸਾਹਮਣੇ ਵਾਲੇ ਬੰਦੇ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਕਿਤੇ ਨਾ ਕਿਤੇ ਨਾ ਬੰਦਾ ਮਸਾਲਾ ਬਹੁਤ ਲਾ ਰਿਹਾ ਹੈ, ਇਸ ਤਰ੍ਹਾਂ ਬੰਦਾ ਨਹੀਂ ਬਚ ਸਕਦਾ। ਤਾਂ ਉਹਦੀ ਗੁਰੂ ਨੇ ਕੀ ਕ੍ਰਿਸ਼ਮਾ ਖੇਡਿਆ ਕਿ ਜਿਸ ਵੇਲੇ ਉਹ ਸਾਰੇ ਤਲਾਸ਼ੀ ਲੈਂਦੇ ਉਹ ਬਾਹਰ ਨਿਕਲਣ ਲੱਗੇ ਕਿ ਚਲੋ ਦੂਸਰਾ ਵੀ ਦੇਖੋ ਕਹਾਂ ਹੈ, ਦੂਸਰਾ ਵੀ ਦੇਖੋ ਕਹਾਂ ਹੈ। ਤਾਂ ਉਹਨਾਂ ਨੇ ਆ ਕੇ ਜੋ ਮੇਰੇ ਦਰਵਾਜ਼ੇ ਉੱਪਰ ਫਿਰ ਜ਼ੋਰਦਾਰ ਰੌੜ ਮਾਰਿਆ ਕਿ ਯਹਾਂ ਕੌਣ ਹੈ। ਤੇ ਮੈਂ ਗੁਰੂ ਦੇ ਹੌਸਲੇ ਤੋਂ ਮਤਲਬ ਬਾਰੇ ਜਾਣਾ ਕਿ ਉਹਨੇ ਮੈਨੂੰ ਕਿਵੇਂ ਹੌਸਲਾ ਦਿੱਤਾ। ਤੇ ਮੈਂ ਆਪਣਾ ਉਹ ਦਰਵਾਜ਼ਾ ਥੋੜਾ ਜਿਹਾ ਖੋਲਿਆ, ਦਰਵਾਜ਼ਾ ਖੋਲ ਕੇ ਤੇ ਉਹਦੇ ਨਾਲ ਕਿਹਾ ਕਿ ਮੈਂ ਇਦਾਂ ਸਿਰ ਕੀਤਾ। ਤਾਂ ਉਹ ਮੇਰੇ ਵੱਲ ਜਿਹੜਾ ਤੁਸੀਂ ਨੋਟ ਕਰੋ ਕਿ ਗੁਰੂ ਨੇ ਕਿੰਨਾ ਕ੍ਰਿਸ਼ਮਾ ਖੇਡਿਆ ਇਸ ਮਾਮਲੇ ਦੇ ਵਿੱਚ ਕਿ ਇਸ ਜਿਹੜਾ ਹੁੜਦੰਗ ਪੈਂਦੇ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਲੰਘ ਚੁੱਕਿਆ ਸੀ। ਉਹ ਜਿਹੜਾ ਉਹਨਾਂ ਦਾ ਲੀਡਰ ਸੀ ਉਹਨੇ ਮੇਰੇ ਨਾਲ ਅੱਖਾਂ ਇਸ ਤਰ੍ਹਾਂ ਮਿਲਾ ਕੇ ਕਿਹਾ, ਕਹੀਂ ਵਾਲ ਕਟਵਾ तो नहीं दिए, सरदार तो नहीं कहीं। तो मैंने कहा नहीं छोड़ यार, मेरे को सर्दी लग रही है, वो चले गए हैं। मैंने ਉਹਦੇ ਨਾ ਚਾਹੁੰਦੇ ਹੋਏ ਵੀ ਹੌਲੀ ਦਰਵਾਜ਼ਾ ਬੰਦ ਕੀਤਾ ਔਰ ਉਹ ਬੜੇ ਫਿਲਮੀ ਸਟਾਈਲ ਦੇ ਵਿੱਚ ਜਿਵੇਂ ਉਹ ਸੋਚ ਰਿਹਾ ਹੋਵੇ ਮੇਰੇ ਕੋਲੋਂ ਗਲਤੀ ਹੋ ਰਹੀ ਹੈ, ਪਰ ਮਹਾਰਾਜ ਨੇ ਉਹਦੇ ਤੇ ਜਿਹੜਾ ਪਰਦਾ ਪਾਇਆ ਹੋਇਆ ਸੀ ਕਿ ਉਹ ਨਾ ਚਾਹੁੰਦੇ ਹੋਏ ਵੀ ਪਿੱਛੇ ਹਟਦਾ ਹੋਇਆ ਮੈਂ ਦਰਵਾਜ਼ਾ ਬੰਦ ਕਰ ਲਿਆ। ਤਾਂ ਇਸ ਤਰ੍ਹਾਂ ਕਰਕੇ ਉਹ ਮਹਾਰਾਜ ਨੇ ਮੈਨੂੰ ਇੰਨਾ ਕ੍ਰਿਸ਼ਮਾ ਵੀ ਢੰਗ ਨਾਲ ਬਚਾਇਆ ਕਿ ਮੈਂ ਬਾਰੇ ਜਾਣਾ ਕਿ ਕਿਵੇਂ ਹਜ਼ਾਰਾਂ ਲੋਕਾਂ ਦੀ ਅੱਖਾਂ ਵਿੱਚ ਮਹਾਰਾਜ ਨੇ ਪਰਦਾ ਪਾ ਕੇ ਮੈਨੂੰ ਉਹ ਕ੍ਰਿਸ਼ਮਾਮੀ ਢੰਗ ਨਾਲ ਬਚਾਇਆ। ਤੇ ਫਿਰ ਉਸ ਤੋਂ ਬਾਅਦ ਮੈਨੂੰ ਯਾਦ ਹੈ ਉਹ ਜਿਹੜੇ ਮੌਬ ਸੀਗਾ, ਉਹ ਜਿਹੜਾ ਕਾਤਲਾਂ ਦਾ ਟੋਲਾ ਸੀ, ਉਹ ਸਾਰਾ ਉਹਨੂੰ ਅੱਗ ਲਗਾ ਕੇ ਬਲਦੇਵ ਸਿੰਘ ਨੂੰ ਸਾਰੇ ਘਰਾਂ ਵਿੱਚੋਂ ਬਾਹਰ ਜਾ ਕੇ ਉਹ ਬਾਹਰੋਂ ਮਕਾਨ ਨੂੰ ਤਾਲਾ ਲਗਾ ਕੇ ਚਾਬੀ ਨੇੜੇ ਪੜੋਸ ਨੂੰ ਪਕੜਾ ਗਏ। ਇਹ ਸੋਚ ਲੈ ਕੇ ਜਾ ਰਹੇ ਸੀ ਕਿ ਤਾਂ ਕਿ ਲੋਕ ਇਹ ਨਾ ਕਹਿਣ ਇੱਕ ਹਿੰਦੂ ਦਾ ਮਕਾਨ ਜਿਹੜਾ ਉਹਨਾਂ ਨੇ ਕਤਲੇਆਮ ਕਰਨ ਵਾਲਿਆਂ ਨੇ ਲੁੱਟ ਲਿਆ। ਤਾਂ ਥੋੜੀ ਦੇਰ ਬਾਅਦ ਜਿਹੜੀ ਮਿਲਟਰੀ ਉਸ ਇਲਾਕੇ ਵਿੱਚ ਆ ਚੁੱਕੀ ਸੀ। ਜਿਹੜਾ ਮੋਹਿੰਦਰ ਸਿੰਘ ਸੀਗਾ ਤਾਂ ਉਹ ਮੋਹਿੰਦਰ ਸਿੰਘ ਨੇ
ਜਿਹੜਾ ਮੋਹਿੰਦਰ ਸਿੰਘ ਨੂੰ ਪਤਾ ਸੀਗਾ ਕਿ ਮੈਂ ਹਲੇ ਆਪਣੇ ਕਮਰੇ ਦੇ ਅੰਦਰ ਬੰਦ ਹਾਂ, ਤਾਂ ਉਹ ਮਿਲਟਰੀ ਵਾਲਿਆਂ ਨੂੰ ਬੁਲਾ ਕੇ ਲੈ ਕੇ ਆਇਆ ਕਿ ਹਮਾਰਾ ਇੱਕ ਆਦਮੀ ऐसे करके बाथरूम में बंद है, वो सरदार है, क्लीन शिफ्ट हो चुका है। तो वो मिलिट्री वालियां नूं बुला के लैके आया, तो उसने बाहरों आके आवाज़ मारी, करमजीत बाहर आ जाओ, मिलिट्री वाले आए हैं। तो मैनूं याद है कि मैं जिस वेले बाहर निकलिया तो जिहड़ा उदों मेरे कोल एक जिहड़ा पंजाबी कच्छा वो पहना पिया सी होए बने, और एक बनैन सी, एक मेरे कोल तौलिया सी। ये तिन्ने कपड़ियां दे विच जिस वेले मैं बाहर निकलिया तो मैंने याद है जिस वेले मैं वो मिलिट्री वालियां दे मैं पीछे खड़ के चलन लग्या तो मिलिट्री वालियां ने मैंने कहा आप पीछे मत रहिए, आगे आइए, आपको कोई गोली ना मार दे। तो आप जी देख के बड़े सुन के हैरान हो गए, जिस वेले मैं बाहर निकलिया उस दरवाजे दे विचों तो हज़ारां लोकां दी जिहड़ी भीड़ है देखण वास्ते इकट्ठा होई सी चारे पासे कि ये आदमी इन्ने घंटे एक घंटा इत्थे हुड़दंग मचिया ते परमात्मा ने किस तरह इस बंदे नूं बचा लिया। सो मैं समझदा हां कि मेरे दसवें पिता ने मैनू इस कतलेआम विचों बचाया। शायद वो मैं उहदे पंथ दे चरनां दी धूड़ बनना सी, मैं उहदे पंथ दे कम आउणा सी, या मैनू उहनूं महाराज नूं लगदा सी कि मेरे एक सेवक नूं मैनू बचाना चाहिदा। उस करिश्मावी ढंग नाल मैनू उस कतलेआम तो बचाया। फिर उस तो बाद मिलिट्री वाले जिहड़े मैनू है वो श्याम लाल कॉलेज है शादरा दे विच उत्थे लिजा के उन्होंने मैनू जिहड़ा रखिया, तो जिहड़ी बस दे विच जिहड़े मिलिट्री ट्रक दे विच मैं जा रहा सी तो मैंने नोट किया उहदे विच बहुत सारे ऐदां लगदे जिवें हिंदू फैमिलीज़ होण, ये सारे क्लीन शेव्ड। तो मैं उन्होंने भी पूछा कि तुसी हिंदू हो, तुसी की जा रहे हो? कहंदे नहीं असीं सारे सरदार हैं, क्योंकि वो सारे क्लीन शेव्ड हो चुके सीगे ते वो सारिਆਂ नाल सानू बकरियां वांग भर के जिहड़ी है मिलिट्री वालिਆਂ ने ते उन्होंने पूरियां स्टेन गन्नां चारे पासे जिहड़ियां बीड़ियां होईयां सीगीआं तां कि साडे ते अटैक ना कर देवे। फिर सानू वो जिहड़ा दिल्ली कैंप दे विच लैके गए और इहो जिहे उत्थे जाके पता लग्गिया कि सैकड़े कैंप जिहड़े पूरी दिल्ली दे विच लगे हुए ने जिथे सिखां नूं जिहड़े मिलिट्री वाले वो इकट्ठा करके उन्हां नूं जिहड़ी है प्रोटैक्शन दे रहे सन। पर उदों तक जिहड़ा कतलेआम बहुत ज़्यादा वापर चुक्या सी, क्योंकि 1 तरीक नूं होया, 2 तारीख नूं होया, 3 तारीख नूं इन्हां ने मतलब समझो तकरीबन उदों 72 घंटे लंघ चुके सी कतल हुंदियां नूं जदों इन्हां ने मिलिट्री दी इंस्टॉल की है। जी करमजीत सिंह जी, रोंगटे खड़े हो जाते हैं तुहाडे इस एक्सपीरियंस नूं सुन के, जो तुसी आप वेख्या। तुसी तां सानू एक इंसान दी, एक शहीद दी कहानी दसी है। इहो जे किन्नी मासूम जाना गईयां, कोई उन्हां दी गिनती तक चंगी तरह नहीं हाले तक हुई। उस हादसे तो बाद की कुछ होया, किस तरह इन्नी डिटेल्ड दे विच इस मॉब नूं पता सी किथे किथे जाना है, इहदे बारे मैं तुहाडे नाल हुण गल करना चाहनी हां। अंग्रेजी दी एक फ्रेज़ हैगा मॉब मैंटेलिटी, कि जदों लोकी इन्ने वड्डी गिनती दे विच नहीं भीड़ दे विच इकट्ठे हो जाते हैं, वो जानवर वर्गू सोचते हैं, वो मॉब मैंटेलिटी बन जाती है। वो इंसानियत छड्ड के इहो जे एक्शनस लैंदे हैं कि कोई भी एक इंडिविजुअल, एक इंसान आप नहीं लै सकदा। इनू मॉब मैंटेलिटी कहते हैं कि लोगों की सोच ही बदल जाती है जदों इन्नी वड्डी गिनती दे विच, इन्ने जोश दे विच, इन्ने भड़काऊ तरीके दे नाल लोकी तुरदे हैं। बट यह मॉब जो कि दिल्ली दे विच नवंबर दे अर्ली दिनां दे विच छोड़िया गया सी, ओदी मैंटेलिटी इन्नी क ऑटोमैटिक नहीं सीगी। ओदे विच भी एजेंडा सी, ओ मैंटेलिटी दे विच भी मिलावट सीगी। इस मिलावट बारे ते आप दा एक्सपीरियंस शेयर करने लई करमजीत सिंह जी साडे नाल जुड़े हुए हैं। करमजीत सिंह जी, यह कहना कि मॉब इकट्ठा होया, जज्बाती तौर ते उन्होंने एक्शनस लिते, बहुत आसान है, बट तुसी कुछ इहो जी जानकारी साडे नाल शेयर अज करना चाहते हो जो सानू दसदा है कि वो कोई अचानक नहीं एकदम पैदा हो गया, उहदे पिछे भी कुछ प्लैनिंग सीगी। करमजीत जी, तुसी इहदे बारे की साडे नाल शेयर कर सकते हो? तो ये गल तुहाडी बिल्कुल सही है
ਕਿ ਜਿਹੜਾ ਇਹ ਮੌਬ ਮੈਂਟਲਿਟੀ ਹੈ ਨਾ, ਇਹ ਵੈਲ ਪ੍ਰਪੇਅਰਡ ਸੀਗੀ ਸਰਕਾਰ ਦੁਆਰਾ। ਤਾਂ ਇਹ ਬੜੀ ਪੁਖਤਾ ਜਾਣਕਾਰੀ ਹੈ ਕਿ 31 ਅਕਤੂਬਰ ਨੂੰ ਜਿਸ ਵੇਲੇ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ, ਉੱਥੇ ਸਫਦਰਜੰਗ ਹਸਪੀਟਲ ਦੇ ਵਿੱਚ ਜਿੱਥੇ ਉਸਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਉਹਦੀ ਡੈੱਡ ਬੋਡੀ ਰੱਖੀ ਹੋਈ ਸੀ, ਉੱਥੇ ਬਹੁਤ ਸਾਰੇ ਸਿੱਖ ਕਾਂਗਰਸੀ, ਕਿਉਂਕਿ ਜਿਹੜੇ ਸਿੱਖ ਕਾਂਗਰਸੀ ਵੀ ਆਏ ਸੀਗੇ ਜਿਹੜੇ ਇੰਦਰਾ ਗਾਂਧੀ ਦਾ ਬਹੁਤ ਰਿਗਾਰਡ ਕਰਦੇ ਸੀ, ਇਹ ਬਲੂ ਸਟਾਰ ਐਕਸ਼ਨ ਦੇ ਹੋਣ ਦੇ ਬਾਵਜੂਦ ਵੀ, ਤਾਂ ਉਹ ਵੀ ਉਤਾਵਲੇ ਸੀ ਇਹ ਦੇਖਣ ਦੇ ਵਿੱਚ ਕਿ ਸਾਡੀ ਲੀਡਰ ਦੀ ਜਿਹੜੀ ਸਿਹਤ ਕਿਸ ਤਰ੍ਹਾਂ ਦੀ ਆ। ਤਾਂ ਉਹ ਜਿਹੜੀ ਸਫਦਰਜੰਗ ਹਸਪੀਟਲ ਦੇ ਵਿੱਚ ਜਿਹੜੇ ਬਾਹਰ ਖੜੇ ਹੋਏ ਸੀ ਸਰਦਾਰ, ਤਾਂ ਉਹ ਵੀ ਜਿਹੜਾ ਦਿੱਲੀ ਦਾ ਪਹਿਲਾ ਵਾਕਾ, ਜਿਹੜਾ ਇਸ ਕਤਲੇਆਮ ਦਾ ਪਹਿਲਾ ਵਾਕਾ, ਉਹ ਸਫਦਰਜੰਗ ਬਾਹਰ ਦੇ ਹਸਪਤਾਲ ਦੇ ਵਿੱਚ ਇੰਨਾ ਕੁ ਹੋਇਆ ਕਿ ਉਸ ਮੌਬ ਨੇ ਇੱਕ ਸਰਦਾਰ ਦੀ ਪੱਗ ਉਤਾਰੀ, ਉਹਦੀ ਪੱਗ ਉਤਾਰ ਕੇ ਉਹਦੀ ਬੇਇੱਜ਼ਤੀ ਕੀਤੀ। ਸਿਰਫ ਇੱਥੇ ਤੱਕ ਸੀਮਤ ਰਿਹਾ। ਉਹ ਸਭ ਤੋਂ ਵੱਡੀ ਸਨਸਨੀਖੇਜ਼ ਖਬਰ ਸੀ 31 ਅਕਤੂਬਰ ਦੀ। ਪਰ ਜਿਹੜੇ ਮੌਕੇ ਦੇ ਹੁਕਮਰਾਨ ਸੀ, ਜਿਹੜੇ ਕਾਂਗਰਸ ਦੇ ਰਾਜੀਵ ਗਾਂਧੀ ਤੇ ਉਹਨਾਂ ਦੀ ਜੁੰਡਲੀ, ਉਹਨਾਂ ਦਾ ਗੁੰਡਾ ਟੋਲਾ, ਉਹਨਾਂ ਨੂੰ ਇਹ ਗੱਲ ਹਜਮ ਨਹੀਂ ਆ ਰਹੀ ਸੀ, ਕਿਉਂਕਿ ਉਹ ਚਾਹੁੰਦੇ ਸੀ ਕਿ ਪੰਜਾਬ ਦੇ ਸਿੱਖਾਂ ਨੂੰ ਨਹੀਂ, ਪੂਰੀ ਹਿੰਦੁਸਤਾਨ ਦੇ ਸਿੱਖਾਂ ਨੂੰ ਇੱਕ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ, ਔਰ ਸਬਕ ਵੀ ਐਸਾ ਕਿ ਉਹ ਸਦੀਆਂ ਤੱਕ ਭੁੱਲ ਨਾ ਸਕਣ ਉਸਨੂੰ। ਤਾਂ ਉਹਨਾਂ ਨੇ ਇੱਕ ਐਸੀ ਮੈਂਟਲਿਟੀ ਪ੍ਰਪੇਅਰ ਕੀਤੀ ਔਰ ਇਹਨੂੰ ਇੱਥੋਂ ਤੱਕ ਵੀ ਵਰਤਿਆ ਕਿ ਦੂਰਦਰਸ਼ਨ ਦੇ ਉੱਤੇ ਇੰਦਰਾ ਗਾਂਧੀ ਦੀ ਜਿਹੜੀ ਲਾਸ਼ ਹੈ ਉਹ 3 ਦਿਨ ਤੱਕ ਲਗਾਤਾਰ ਜਿਹੜੀ ਡਿਸਪਲੇ ਕੀਤੀ ਜਾਂਦੀ ਰਹੀ, ਉਹ ਜਿਹੜੀ ਉਹਦੀ ਲਾਸ਼ ਹੈ। ਤਾਂ ਉੱਥੇ ਮੈਨੂੰ ਇਹ ਅੱਖੀ ਡਿੱਠੀ ਗੱਲ ਮੈਂ ਗਵਾਹੀ ਦੱਸ ਰਿਹਾ ਕਿ ਜਿਸ ਵੇਲੇ ਉਹ ਮੌਬ ਦੀਆਂ ਲਾਈਨਾਂ ਇਸ ਤਰ੍ਹਾਂ ਤੁਰੀਆਂ ਆਉਂਦੀਆਂ ਸੀ ਉਹਦੇ ਅੰਤਮ ਜਿਹੜੇ ਲਾਸ਼ ਦੇ ਦਰਸ਼ਨ ਕਰਨ ਵਾਸਤੇ, ਤਾਂ ਉਹਨਾਂ ਦੇ ਸਭ ਦੇ ਇੱਕੋ ਨਾਰਾ ਲਾ, ਮੌਤ ਕਾ ਬਦਲਾ ਮੌਤ, ਖੂਨ ਕਾ ਬਦਲਾ ਖੂਨ, ਉਹਦੇ ਨਾਰੇ ਲਾਉਂਦੀਆਂ ਹੋਈਆਂ ਉਹ ਜਿਹੜੀਆਂ ਭੀੜਾਂ ਨੇ ਉੱਥੋਂ ਲੰਘ ਰਹੀਆਂ ਸੀ, ਟੀਵੀ ਦੇ ਉੱਤੇ ਪ੍ਰਸਾਰਣ ਕੀਤੀਆਂ ਜਾ ਰਹੀਆਂ ਸੀ। ਤਾਂ ਜਿਹੜੀ ਬਾਅਦ ਦੇ ਵਿੱਚ ਸਿੱਖ ਇੰਟੈਲੈਕਚੁਅਲਸ ਨੇ ਜਿਹੜੀ ਇਨਕੁਆਇਰੀ ਕੀਤੀ, ਤਾਂ ਉਹਦੇ ਮੁਤਾਬਕ ਇਹ ਜਿਹੜਾ ਐਟਮੋਸਫੀਅਰ ਤਿਆਰ ਹੋਇਆ ਉਹ ਇਸ ਕਰਕੇ ਇੱਕ ਵੈਲ ਪਲੈਨਡ ਸੀ, ਔਰ ਜਿਹਦੇ ਪਿੱਛੇ ਜਿਹੜੀ ਉੱਥੇ ਦੇ ਜਿਹੜੇ ਲੋਕਲ ਗੁੰਡੇ ਟੋਲੇ ਸੀ, ਜਿਹੜੇ ਮੰਤਰੀਆਂ ਦੇ ਭੇਸ ਦੇ ਰੂਪ ਵਿੱਚ ਕਾਂਗਰਸ ਦੇ ਐਕਟਿਵਿਸਟ ਜਿਹੜੇ ਮੰਤਰੀਆਂ ਦੇ ਰੂਪ ਵਿੱਚ ਕੰਮ ਕਰ ਰਹੇ ਸੀ, ਉਹ ਸੀਗੇ HKL ਭਗਤ, ਲਲਿਤ ਮਾਕਨ, ਅਰਜਨ ਦਾਸ ਵਗੈਰਾ, ਜਿਹੜੇ ਮੰਨੇ ਹੋਏ ਗੈਂਗਸਟਰ ਸੀਗੇ ਇਹ ਜਿਹੜੇ ਸਲਮ ਕਲੋਨੀਜ਼ ਦੇ। ਉਹਨਾਂ ਨੇ ਆਪਣੇ ਜਿਹੜੇ ਸੈੱਲ ਇਕੱਠੇ ਕੀਤੇ, ਉਹਨਾਂ ਨੂੰ ਪੂਰੀ ਤਰ੍ਹਾਂ ਅਗਰੈਸਿਵ ਕੀਤਾ, ਉਹਨਾਂ ਨੂੰ ਨਸ਼ੇ ਵੰਡੇ, ਉਹਨਾਂ ਨੂੰ ਸਾਰਾ ਨਾਰੇ ਇਸ ਤਰ੍ਹਾਂ ਦੇ ਜੋੜਨ ਲਈ ਕਿਹਾ। ਔਰ ਇੱਥੋਂ ਤੱਕ ਵੀ ਪਤਾ ਲੱਗਿਆ ਹਿੰਦੁਸਤਾਨ ਦਾ ਇੱਕ ਮਸ਼ਹੂਰ ਐਕਟਰ ਅਮਿਤਾਭ ਬੱਚਨ ਜਿਹਨੂੰ ਕਹਿੰਦੇ ਆ, ਤਾਂ ਉਹਨੇ ਇੱਥੋਂ ਤੱਕ ਵੀ ਨਾਰਾ ਲਾਇਆ ਕਿ ਇਹ ਜੋ ਇੰਦਰਾ गांधी का कत्ल हुआ इसके छिट्टे दुश्मनों के घरों तक जाने चाहिए। मैं समझदा ਤਾਂ ਉਹ ਜਿਹੜਾ ਸਲੋਗਨ ਸੀਗਾ ਉਹ ਵੀ ਗਿਣੀ ਮਿੱਥੀ ਸਾਜ਼ਿਸ਼ ਦਾ ਇੱਕ ਹਿੱਸਾ ਸੀ। ਸਿੱਖਾਂ ਵਿਰੁੱਧ ਇੱਕ ਇਹੋ ਜਿਹਾ ਐਟਮੋਸਫੀਅਰ ਤਿਆਰ ਕੀਤਾ ਜਾਵੇ ਤਾਂ ਜੋ ਇਹ ਭੁੱਲ ਗਏ ਨੇ ਕਿ ਸਿੱਖਾਂ ਨੇ ਆਜ਼ਾਦੀ ਲਈ ਕੀ ਰੋਲ ਅਦਾ ਕੀਤਾ। ਸਿੱਖ ਜਿਹੜੇ ਮਿਲਟਰੀ ਵਾਲੇ ਨੇ, ਜਿਹੜੇ ਇੱਥੋਂ ਤੱਕ ਵੀ ਫੌਜ ਦੇ ਵਿੱਚ ਬਹੁਤ ਸਾਰੇ ਸਿੱਖ ਨੇ, ਉਹ ਸਾਰਾ ਭੁੱਲ ਕੇ ਇੱਕ ਐਸੀ ਮੈਂਟਲਿਟੀ ਤਿਆਰ ਕੀਤੀ ਗਈ। ਤਾਂ ਉਹਨਾਂ ਦਾ ਮੁੱਖ ਨਾਰਾ ਸੀ ਪੰਜਾਬ ਕੇ ਸਰਦਾਰ, ਦੇਸ਼ ਕੇ ਗਦਾਰ। ਔਰ ਬੱਚੇ ਦੇ ਮੂੰਹ ਦੇ ਉੱਤੇ ਇਸ ਤਰ੍ਹਾਂ ਉਹ ਜਿਹੜਾ ਐਕਸਪਲੇਨ ਕਰ ਦਿੱਤਾ ਗਿਆ ਕਿ ਹਰੇਕ ਬੱਚੇ ਨੂੰ ਇੱਦਾਂ ਲੱਗਦਾ ਸੀ ਵੀ ਜਿਹੜਾ ਸਰਦਾਰ ਹੈ ਨਾ ਪੰਜਾਬ ਦਾ, ਇਹ ਦੇਸ਼ ਦਾ ਗੱਦਾਰ ਹੈ। ਉਹ ਭੁੱਲ ਗਏ ਕਿ ਕੌਣ ਕੌਮ ਹੈ। ਇੱਥੋਂ ਤੱਕ ਵੀ ਜਿਹੜੇ ਫੌਜੀ ਜਿਹੜੇ ਆਪਣੇ ਛੁੱਟੀਆਂ ਕੱਟ ਕੇ ਵਾਪਸ ਆਪਣੀ ਡਿਊਟੀਆਂ ਤੇ ਜਾ ਰਹੇ ਸੀ, ਉਹ ਵੀ ਉਹਨਾਂ ਨੂੰ ਗਦਾਰ ਦੇ ਰੂਪ ਵਿੱਚ ਦਿਖਾਏ, ਕਿਉਂਕਿ ਬਹੁਤ ਸਾਰੇ ਫੌਜੀਆਂ ਦਾ ਵੀ ਕਤਲੇਆਮ ਉਸ ਕਤਲੇਆਮ ਦੇ ਵਿੱਚ ਹੋ ਚੁੱਕਿਆ ਸੀ। ਸੋ ਇਹ ਇੱਕ ਮੈਂਟਲਿਟੀ, ਐਸੀ ਮੈਂਟਲਿਟੀ ਸੀ ਜਿਹਨੂੰ ਸਰਕਾਰ ਨੇ ਇੱਕ ਵੈਲ ਪਲੈਨਡ ਢੰਗ ਦੇ ਨਾਲ ਨੇਪਰੇ ਚਾੜਿਆ। ਔਰ ਇਹ ਗੱਲ ਜਿਹੜੀਆਂ ਨਾ ਬਹੁਤ ਜਿਹੜੇ ਰਾਈਟਰ ਸੀਗੇ, ਜਿਹੜੇ ਮੌਬ ਸੀਗੇ, ਉਹਨਾਂ ਲਈ ਆਇਡੈਂਟੀਫਾਈ ਸਿੱਖਾਂ ਦੇ ਘਰ ਕਰਨਾ ਬਹੁਤ ਔਖਾ ਸੀ। ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿਹੜੀ ਕਲੋਨੀ ਦੇ ਵਿੱਚ ਸਿੱਖਾਂ ਦੇ ਘਰ ਨੇ। ਤਾਂ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਲਈ ਜਿਹੜੇ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਨੇ, ਉਹਨਾਂ ਵੱਲੋਂ ਉਹਨਾਂ ਦੇ ਜਿਹੜੇ ਰਾਸ਼ਨ ਕਾਰਡ ਦੇ ਜਿਹੜੇ ਰਜਿਸਟਰ ਨੇ ਉਹ ਤੱਕ ਮੇਨਟੇਨ ਕਰਵਾਏ ਗਏ। ਹਾਊਸ ਨੰਬਰ ਉਹਦੇ ਵਿੱਚ ਮੈਂਸ਼ਨ ਸੀਗਾ ਕਿ ਇਹ ਕਿੰਨਾ ਨੰਬਰ ਜਿਹੜਾ ਸਰਦਾਰਾਂ ਦਾ ਘਰ ਹੈ, ਕੌਣ ਇਹਦੇ ਵਿੱਚ ਪੰਜਾਬੀ ਰਹਿ ਰਹੇ ਨੇ।
ਔਰ ਇਸ ਤਰ੍ਹਾਂ ਦੇ ਜਿਹੜੇ ਵੈਲ ਪਲੈਨਡ ਉਹਨਾਂ ਨੂੰ ਜਿਹੜਾ ਇੱਥੋਂ ਤੱਕ ਉਹਨਾਂ ਨੂੰ ਜਿਹੜੇ ਰੋਡ ਜਿਹੜੇ ਨੇ ਉਹ ਟੁਕੜੇ 5-5 6-6 ਫੁੱਟ ਦੇ ਜਿਹੜੇ 4-4 ਸੂਤ ਦੇ ਸਰੀਆਂ ਦੇ ਟੁਕੜੇ ਕੱਟ ਕੇ ਦਿੱਤੇ ਗਏ, ਕਿਉਂਕਿ ਹਥਿਆਰ ਦਿੱਲੀ ਦੇ ਵਿੱਚ ਜਲਦੀ ਨਹੀਂ ਮਿਲਦਾ। ਉਹ ਕਿਉਂਕਿ ਉਹਨਾਂ ਦੀ ਇੱਕੋ ਜਿਹੜੀ ਪਲੈਨਿੰਗ ਸੀਗੀ ਹਰ ਇੱਕ ਦੇ ਨਾਲ ਜਿਹੜੀ ਕਤਲ ਕਰਨ ਦੀ, ਉਹ ਸੀਗੀ ਕਿ ਸਰੀਏ, ਕਿਉਂਕਿ ਉਹਨਾਂ ਨੂੰ ਪਤਾ ਸਰੀਆ ਇੱਕ ਸਿਰ ਵਿੱਚ ਮਾਰਨਾ, ਬਸ 5-4 ਸਰੀਏ ਮਾਰਨ ਦੀ ਲੋੜ ਹੁੰਦੀ ਹੈ, ਤਾਂ ਉਹ ਇੰਨਾ ਬਿਲਕੁਲ ਜਿਵੇਂ ਸਿਰ ਨੂੰ ਫੇਹ ਦਿੰਦਾ ਇਸ ਤਰ੍ਹਾਂ ਦੀ ਹਾਲਤ ਬੰਦੇ ਦੀ ਕਰ ਦਿੰਦੇ ਸੀ। ਤਾਂ ਉਹ ਸਰੀਏ ਔਰ ਇੱਥੋਂ ਤੱਕ ਵੀ ਸੁਣਿਆ ਗਿਆ ਕਿ ਜਿਹੜੇ ਉਹਨਾਂ ਨੂੰ ਇੱਕ ਘਰ ਨੂੰ ਜਲਾਉਣ ਵਾਸਤੇ ਇੱਕ ਪਾਊਡਰ ਜਾਂ ਕੁਝ ਦਿੱਤਾ ਹੁੰਦਾ ਸੀ, ਉਹ ਪਾਊਡਰ ਸਪਰੇਅ ਅੰਦਰ ਕਰ ਦਿੰਦੇ ਸੀ ਮੁੱਠੀ ਮਾਰ ਕੇ, ਔਰ ਉਸ ਨਾਲ ਦੀ ਨਾਲ ਉਹ ਸਾਰੇ ਘਰ ਨੂੰ ਅੱਗ ਲੱਗ ਜਾਂਦੀ ਸੀ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਵੈਲ ਪਲੈਨਡ ਢੰਗ ਨਾਲ ਜਿਹੜੇ ਸਿੱਖਾਂ ਦੇ ਘਰਾਂ ਨੂੰ ਚੁਣ ਕੇ ਜਿਹੜਾ ਨਿਸ਼ਾਨਾ ਬਣਾਇਆ, ਔਰ ਇੱਕ ਵਹਿਸ਼ੀਆਨਾ ਢੰਗ ਨਾਲ ਕਤਲੇਆਮ ਕੀਤਾ ਕਿ ਜਿਹਦੀ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਕਿਤੇ ਐਗਜ਼ਾਮਪਲ ਮਿਲਦੀ ਹੋਵੇ। ਔਰ ਇੱਕ ਬਹੁਤ ਹੀ ਨਿਰਦਈ ਪੁਣੇ ਨਾਲ ਉਹਨਾਂ ਨੂੰ ਇੰਨੇ ਜ਼ਾਲਮਾਨਾ ਢੰਗ ਨਾਲ ਮਾਰਿਆ ਗਿਆ, ਕਿਉਂਕਿ ਦਿੱਲੀ ਦਾ ਇੱਕ ਬੁੱਚੜ ਸੀਗਾ ਜਿਹੜਾ ਝਟਕਈ ਦਾ ਕੰਮ ਕਰਦਾ ਸੀ, ਉਹਨੂੰ ਸ਼ਾਇਦ ਰਕੇਸ਼ ਕੁਮਾਰ ਜਾਂ ਰਜੇਸ਼ ਕੁਮਾਰ ਸ਼ਾਇਦ ਕੁਝ ਨਾਂ ਸੀਗਾ, ਤਾਂ ਉਹਦਾ ਇੰਨੀ ਮਸ਼ਹੂਰ ਸੀਗਾ ਕਿ ਉਹਨੇ ਸਰਦਾਰ ਨੂੰ ਆਪਣੇ ਸਾਹਮਣੇ ਉਹਨਾਂ ਨੇ ਲਿਆਣਾ ਫੜਨਾ, ਉਹਨੇ ਇੱਕੋ ਝਟਕੇ ਦੇ ਨਾਲ ਆਪਣਾ ਉਹ ਬੱਕਰ ਝਟਕਾਉਣ ਵਾਲਾ ਉਹ ਜਿਹੜਾ ਉਹਦਾ ਦਾਅ ਜਿਹਨੂੰ ਪੰਜਾਬੀ ਵਿੱਚ ਬੋਲਦਾ, ਉਹਨੇ ਮਾਰਨੀ ਇੱਕੋ ਝਟਕੇ ਦੇ ਵਿੱਚ, ਉਹਨੇ ਮਤਲਬ ਨੰਬਰ ਬਣਾ ਕੇ ਦਿਖਾਉਂਦਾ ਸੀ ਵੀ ਮੇਰੇ ਵਿੱਚ ਕਿੰਨੀ ਪਾਵਰ ਹੈ। ਉਹਨੇ ਘੱਟੋ ਘੱਟ ਇਹ ਪਤਾ ਲੱਗਿਆ ਮੈਨੂੰ ਆਪਣੇ ਇਲਾਕੇ ਦੇ ਵਿੱਚ 22 ਕਤਲ ਉਸ ਬੰਦੇ ਨੇ ਖੁਦ ਆਪਣੇ ਉਸ ਜਿਹੜਾ ਖਪਰੇ ਨਾਲ ਕੀਤੇ। ਸੋ ਇਸ ਤਰ੍ਹਾਂ ਦੀਆਂ ਦੌੜਾਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਕਿ ਵੱਧ ਤੋਂ ਵੱਧ ਨੰਬਰ ਬਣਾ ਕੇ ਆਪਣੇ ਆਕਾ ਰਾਜੀਵ ਗਾਂਧੀ ਨੂੰ ਸਾਹਮਣੇ ਦਿਖਾਣਾ ਕਿ ਅਸੀਂ ਇੰਨੇ ਕਤਲ ਕਰ ਚੁੱਕੇ ਹਾਂ। ਸੋ ਇਹਨਾਂ ਕਰਦੇ ਕਿਉਂਕਿ ਵਾਰ-ਵਾਰ ਉਹ ਰਿਪੀਟ ਇਸ ਗੱਲ ਨੂੰ ਕਰ ਰਹੇ ਸੀ। ਔਰ ਇੱਥੋਂ ਤੱਕ ਵੀ ਜਿਹੜੀ ਜਦੋਂ ਇਨਕੁਆਇਰੀਜ਼ ਹੋਈਆਂ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇੰਦਰਾ ਗਾਂਧੀ ਦੀ ਲਾਸ਼ ਦਾ ਜਿਹੜਾ ਦੇਖਭਾਲ ਕਰਨ ਦੇ ਲਈ ਦਿੱਲੀ ਪੁਲਿਸ ਦੇ 30,000 ਜਵਾਨ ਜਿਹੜੇ ਇੰਸਟਾਲ ਕਰ ਦਿੱਤੇ ਗਏ ਸੀ ਉਹਦੀ ਆਲੇ ਦੁਆਲੇ ਬਿਲਡਿੰਗ ਦੇ ਵਿੱਚ 30,000। ਪਰ ਦਿੱਲੀ ਦੀਆਂ ਜਿਹੜੀਆਂ ਕਲੋਨੀਆਂ ਨੇ ਉੱਥੇ ਸਿੱਖਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਵਾਸਤੇ ਕੋਈ ਵੀ ਜਿਹੜੀ ਹੈ ਦਿੱਲੀ ਫੋਰਸ ਤਾਂ ਬਿਲਕੁਲ ਕੀ ਲਗਾਣੀ ਸੀ, ਮਿਲਟਰੀ ਤਾਂ ਬਹੁਤ ਦੂਰ ਦੀ ਗੱਲ ਹੈ। ਜਿਹੜੇ ਜਿੰਨੇ ਵੀ ਫੋਰਸ ਸੀਗੇ ਉਹ ਸਾਰੀ ਇਕੱਠੀ ਕਰਕੇ ਇੰਦਰਾ ਗਾਂਧੀ ਦੀ ਲਾਸ਼ ਦੇ ਆਲੇ ਦੁਆਲੇ ਲਾ ਦਿੱਤੀ ਗਈ ਸੀ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਹੁਤ ਹੀ ਆਰਗੇਨਾਈਜ਼ ਢੰਗ ਦੇ ਨਾਲ ਸਰਕਾਰ ਨੇ ਨੇਪਰੇ ਚਾੜਿਆ। ਔਰ 3 ਦਿਨ ਬਾਅਦ ਜਿਹੜੀ ਮਿਲਟਰੀ ਆ 3 ਤਾਰੀਖ ਨੂੰ ਤਕਰੀਬਨ ਦੁਪਹਿਰੇ ਦੇ ਨੇੜੇ ਤੇੜੇ ਜਾ ਕੇ ਮਿਲਟਰੀ ਨੂੰ ਆਰਡਰ ਹੋਇਆ ਕਿ ਜਿਹੜੇ ਬਚ ਗਏ ਸਰਦਾਰ ਨੇ ਉਹਨਾਂ ਨੂੰ ਲੈ ਕੇ ਆਓ, ਉਹਨਾਂ ਨੂੰ ਜਿਹੜੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਿਹੜੇ ਉਹ ਬਣੇ ਹੋਏ ਨੇ ਕੈਂਪ ਬਣੇ ਨੇ ਉਹਨਾਂ ਦੇ ਵਿੱਚ ਇਕੱਠਾ ਕਰੋ। ਸੋ ਇਸ ਤਰ੍ਹਾਂ ਸਰਕਾਰ ਨੇ ਇੱਥੋਂ ਤੱਕ ਵੀ ਸਰਕਾਰ ਵੱਲੋਂ ਫੈਸਿਲੀਟੇਟ ਕੀਤੇ ਗਏ ਜਿਹੜੇ ਉਹ ਮੌਬ ਸੀਗੇ ਕਿ ਜਿਹੜੇ ਸਿੱਖਾਂ ਕੋਲੇ ਜਿਨ੍ਹਾਂ ਕੋਲੇ ਰਾਈਫਲਾਂ ਸੀਗੀਆਂ ਉਹ ਰਾਈਫਲਾਂ ਨੂੰ ਲੈ ਕੇ ਜਿਹੜੇ ਪੁਲਿਸ ਵਾਲਿਆਂ ਕੋਲੇ ਰਿਪੋਰਟ ਚਲੀ ਜਾਂਦੀ ਸੀ, ਕਿਉਂਕਿ ਮੌਬ ਦਾਦਾ ਨੇ ਵੀ ਉਹ ਸਾਹਮਣੇ ਵਾਲਾ ਜੋ ਸਰਦਾਰ ਘਰ ਹੈ ਨਾ ਉਹਦੇ ਵਿੱਚ ਰਾਈਫਲ ਹੈ। ਪੁਲਿਸ ਵਾਲੇ ਆਪਣੀ ਵਰਦੀ ਦੇ ਵਿੱਚ ਜਾ ਕੇ ਉਹ ਸਰਦਾਰਾਂ ਕੋਲੋਂ ਜਿਹੜੇ ਰਾਈਫਲਾਂ ਸੀ ਉਹ ਜਿਹੜੇ ਅਸਲਾ ਸੀਗਾ ਉਹ ਲੈ ਆਉਂਦੇ ਕਿ ਤੁਹਾਡੇ ਅਸਲੇ ਨੂੰ ਦੇਖ ਕੇ ਨਾ ਜਨਤਾ ਭੜਕ ਰਹੀ ਹੈ, ਸਾਨੂੰ ਦੇ ਦਿਓ। ਤਾਂ ਜਿਸ ਵੇਲੇ ਉਹ ਹਥਿਆਰ ਤੇ ਅਸਲਾ ਲੈ ਕੇ ਉਹ ਜਿਹੜੇ ਪੁਲਿਸ ਵਾਲੇ ਵਾਪਸ ਆ ਜਾਂਦੇ, ਮੌਬ ਉਹਨਾਂ ਦੇ ਘਰ ਦੇ ਅਟੈਕ ਕਰ ਦਿੰਦਾ ਸੀ। ਔਰ ਇਸ ਤੋਂ ਵੀ ਜ਼ਿਆਦਾ ਵੱਧ ਕੇ ਆਪ ਜੀ ਸੁਣ ਕੇ ਹੈਰਾਨ ਹੋ ਗਏ ਕਿ ਸਾਰੀ ਦਿੱਲੀ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ। ਕਰਫਿਊ ਲੱਗਿਆ ਹੈ ਸਿਰਫ ਸਿੱਖਾਂ ਲਈ ਕਿ ਸਿੱਖਾਂ ਨੇ ਬਾਹਰ ਨਹੀਂ ਨਿਕਲਣਾ। ਔਰ ਜਿਹੜੇ ਮੌਬ ਨੇ ਉਹਨਾਂ ਨੂੰ ਢੋਣ ਵਾਸਤੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ DTC ਦੀਆਂ ਬੱਸਾਂ ਪੂਰੀ ਦਿੱਲੀ ਵਿੱਚ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਮੂਵ ਕਰਨ ਵਾਸਤੇ ਸਪੈਸ਼ਲੀ ਲਗਵਾਈਆਂ ਗਈਆਂ ਸੀ, ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ, ਤਾਂ ਜੋ ਇਹਨਾਂ ਮੌਬ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਸੋ ਇੱਕ ਵੈਲ ਆਰਗੇਨਾਈਜ਼ ਸੀ, 100% ਇੱਕ ਗੌਰਮੈਂਟ ਦੀ ਸ਼ਹਿ ਦਾ ਇੱਕ ਕਤਲੇਆਮ ਸੀ। ਔਰ ਉਹਦੀ ਪੁਸ਼ਟੀ ਵੀ ਇੱਥੋਂ ਤੱਕ ਹੋ ਜਾਂਦੀ ਹੈ ਕਿਉਂਕਿ ਇਹ ਕਹਿਣਾ ਇੱਕ ਜਿਹੜਾ ਮੈਂ ਸਮਝਦਾ ਮੈਂ ਇੱਕ ਫਰਜ਼ ਸਮਝਦਾ ਕਿ ਮੰਨਿਆ ਕਿ ਰਾਜੀਵ ਗਾਂਧੀ ਦੀ ਮਾਂ ਕਤਲ ਹੋਈ ਸੀ, ਉਹਨੂੰ ਦੁੱਖ ਸੀ, ਉਹਦੀ ਜਗ੍ਹਾ ਮੈਂ ਵੀ ਹੁੰਦਾ, ਮੈਨੂੰ ਵੀ ਦੁੱਖ ਹੁੰਦਾ ਕਿ ਕਿਸੇ ਨੇ ਮੇਰੀ ਮਾਂ ਦਾ ਕਤਲ ਕਰ ਦਿੱਤਾ ਹੋਵੇ। ਪਰ ਇਸ ਤੋਂ ਵੀ ਵੱਡੀ ਗੱਲ ਸੀ ਕਿ ਰਾਜੀਵ ਗਾਂਧੀ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਜੋ ਦੇਸ਼ ਦਾ ਇੱਕ ਸੰਵਿਧਾਨਿਕ ਪਿਤਾ ਹੁੰਦਾ ਹੈ। ਔਰ ਉਸ ਨੂੰ ਇਹ ਗੱਲ ਭੁੱਲ ਗਈ ਕਿ ਮੈਂ ਹਿੰਦੁਸਤਾਨ ਦਾ ਇਸ ਵੇਲੇ ਪ੍ਰਧਾਨ ਮੰਤਰੀ ਹਾਂ, ਮੈਂ ਇੱਕ ਦੇਸ਼ ਦਾ ਸੰਵਿਧਾਨਿਕ ਪਿਤਾ ਹਾਂ, ਮੈਨੂੰ ਇਸ ਧਰਮ ਦਾ ਪਾਲਣ ਕਰਨਾ ਚਾਹੀਦਾ ਹੈ ਕਿ ਇਸ ਦੇਸ਼ ਦੇ ਵਿੱਚ ਜਿਹੜੇ ਨਾਗਰਿਕ ਹਨ
ਆਪਣੀ ਮਾਂ ਦੇ ਕਤਲ ਨੂੰ ਭੁੱਲ ਕੇ ਮੈਂ ਉਹਨਾਂ ਕਤਲਾਂ ਨੂੰ ਠੱਲ ਪਾਵਾਂ, ਪਰ ਉਸਨੇ ਆਪਣੇ ਜਿਹੜੇ ਗੁੰਡੇ ਜਿਹੜੇ ਸੀਗੇ ਮੰਤਰੀ, ਉਹਨਾਂ ਮੰਤਰੀਆਂ ਰਾਹੀਂ ਪੂਰਾ ਟਰਾਂਸਲੇਟ ਕਰਕੇ ਉਹਨਾਂ ਨੂੰ ਪੂਰੀ ਸ਼ਹਿ ਦੇ ਕੇ ਇੰਨੀ ਉਹਨਾਂ ਨੂੰ ਛੂਟ ਦਿੱਤੀ। ਤੇ ਇੱਥੋਂ ਤੱਕ ਵੀ ਕਿ ਰਾਜੀਵ ਗਾਂਧੀ ਨੂੰ ਜਿਸ ਵੇਲੇ ਪੱਤਰਕਾਰਾਂ ਨੇ ਇਹਦਾ ਸਵਾਲ ਪੁੱਛਿਆ ਕਿ ਦਿੱਲੀ ਦੇ ਵਿੱਚ ਇੰਨਾ ਕਤਲੇਆਮ ਹੋਇਆ, ਦਿੱਲੀ ਦੇ ਹੋਰ 36 ਜਿਹੜੇ ਸਿਟੀ ਸੀਗੇ ਇੰਡੀਆ ਦੇ, ਉਹਨਾਂ ਦੇ ਵਿੱਚ ਵੀ ਕਤਲੇਆਮ ਹੋਇਆ, ਤੇ ਤੁਸੀਂ ਇਹਦੇ ਬਾਰੇ ਕੀ ਕਮੈਂਟ ਕਰਨਾ ਚਾਹੁੰਦੇ ਹੋ? ਤਾਂ ਰਾਜੀਵ ਗਾਂਧੀ ਨੇ ਬੜੀ ਸਹਿਜ ਸੁਭਾਏ ਬੋਲਦੇ ਕਹਿ ਦਿੱਤਾ ਸੀ ਕਿ ਜਬ ਕੋਈ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਸੋ ਇਹ ਕੋਈ ਕਤਲੇਆਮ ਨਹੀਂ था ਉਹਦੀ ਨਿਗਾਹ ਦੇ ਵਿੱਚ, ਕਿਉਂਕਿ ਉਹ ਕਰਵਾਉਣ ਵਾਲਾ ਖੁਦ ਦੇਸ਼ ਦਾ ਪ੍ਰਧਾਨ ਮੰਤਰੀ ਸੀ, ਉਹ ਕਤਲੇਆਮ ਕਰਵਾਉਣ ਵਾਲਾ। ਜੀ ਮੈਡਮ। ਜੀ ਕਰਮਜੀਤ ਜੀ, ਇਹ ਜੋ ਜਾਣਕਾਰੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਰਹੇ ਹੋ, ਇਹਦੇ ਨਾਲ ਸਾਡੇ ਦਰਸ਼ਕ ਕਿਸੇ ਨਾ ਕਿਸੇ ਹੱਦ ਤੱਕ ਵਾਕਿਫ ਹਨ, ਬਟ ਜੋ ਡੀਟੇਲਸ ਤੁਸੀਂ ਸਾਨੂੰ ਦਿੱਤੀਆਂ, ਜੋ ਆਪ ਤੁਸੀਂ ਉਸ ਟਾਈਮ ਜੋ ਤੁਹਾਡੇ ਉੱਤੇ ਬੀਤਿਆ, ਉਹ ਡੀਟੇਲ ਸੁਣ ਕੇ ਲੱਗਦਾ ਹੈ ਕਿ ਹਾਲੇ ਵੀ ਇਨਸਾਫ ਇੱਕ ਗੁੰਮਰਾਹ ਚੀਜ਼ ਹੈਗੀ, ਇਨਸਾਫ ਹਾਲੇ ਤੱਕ ਨਹੀਂ ਮਿਲਿਆ। ਇਸ ਇਨਸਾਫ ਨੂੰ ਲੈ ਕੇ ਮੈਂ ਤੁਹਾਡੇ ਨਾਲ ਕੁਝ ਸਵਾਲ ਰੱਖਣਾ ਚਾਹੁੰਦੀ। ਇੱਕ ਹੋਰ ਕਿਹਾ ਜਾਂਦਾ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਖਾਸ ਕਰਕੇ ਅਸੀਂ USA ਦੇ ਵਿੱਚ ਬੈਠੇ ਹਾਂ, ਇੱਥੇ ਦਾ ਕਾਨੂੰਨੀ ਲਾਅ ਐਂਡ ਆਰਡਰ ਸਿਸਟਮ, ਕੋਰਟ ਸਿਸਟਮ ਬਹੁਤ ਵੈਲ ਰਿਗਾਰਡਡ, ਬਹੁਤ ਉੱਚੇ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਵੇਖਿਆ ਜਾਂਦਾ ਹੈ। ਅਸੀਂ ਇੱਥੇ ਸਮਝਦੇ ਹਾਂ ਉਸ ਕਾਨੂੰਨੀ ਸਿਸਟਮ ਦੀ ਵੈਲਿਊ, ਮਜ਼ਬੂਤ ਕਾਨੂੰਨ, ਮਜ਼ਬੂਤ ਜਸਟਿਸ ਤੇ ਮਜ਼ਬੂਤ ਇਨਸਾਫ ਦਿਲਾਉਣ ਵਾਲਾ ਜੋ ਪ੍ਰੋਸੈਸ ਹੈਗਾ ਉਹਦੀ ਵੈਲਿਊ। ਬਟ ਜਦੋਂ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਵੱਲ ਵੇਖਦੇ ਹਾਂ, ਉੱਥੇ ਕਿੰਨਾ ਕੁ ਮਜ਼ਬੂਤ ਹੈਗਾ ਇਹੀ ਸਿਸਟਮ, ਕਿੰਨਾ ਕੁ ਕਾਇਮ ਹੈ ਉਹ ਪ੍ਰੋਸੈਸ ਜੋ ਕਿ ਇੱਕ ਮਾਮੂਲੀ ਨਾਗਰਿਕ ਨੂੰ ਇਨਸਾਫ ਦਿਲਵਾ ਸਕਦਾ ਹੈ। ਤੇ ਇੱਕ ਕਮਿਊਨਿਟੀ ਤੇ ਜਦੋਂ ਕੋਈ ਕੱਲੂਕਾਰਾ ਹੋਏ ਤੇ ਉਸ ਕਮਿਊਨਿਟੀ ਨੂੰ ਇਨਸਾਫ ਦਿਲਾਉਣ ਵਾਲਾ ਕੌਣ? ਕੀ ਉਹੀ ਸਰਕਾਰ ਇਨਸਾਫ ਦਿਲਾ ਸਕਦੀ ਹੈ? ਉਹਨਾਂ ਤੋਂ ਪੁੱਛਦੇ ਹਾਂ ਜਿਨ੍ਹਾਂ ਨੇ ਆਪ ਅੱਖੋਂ ਵੇਖਿਆ ਉਸ ਅਤਿਆਚਾਰ, ਉਸ ਕਤਲੇਆਮ ਨੂੰ ਉਨ ਦਿਨਾਂ ਦੇ ਵਿੱਚ। ਕਰਮਜੀਤ ਜੀ, ਇੱਕ ਵਾਰੀ ਫਿਰ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਾਡੇ ਨਾਲ ਆਪ ਦਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਹੋ। ਉੱਦਾਂ ਤਾਂ ਤੁਹਾਡੇ ਨਾਲ ਬਹੁਤ ਲੰਬੀ ਗੱਲ ਕੀਤੀ ਜਾ ਸਕਦੀ ਹੈ ਤੇ ਅਸੀਂ ਕਰਾਂਗੇ ਵੀ, ਬਟ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰਲੇ ਪੋਰਸ਼ਨ ਦੇ ਵਿੱਚ ਮੈਂ ਇਸ ਇਨਸਾਫ ਲਫ਼ਜ਼ ਬਾਰੇ ਤੁਹਾਡੇ ਨਾਲ ਇੱਕ ਸਵਾਲ ਰੱਖਣਾ ਚਾਹੁੰਦੀ ਹਾਂ। ਖਾਸ ਕਰਕੇ ਬਲਦੇਵ ਸਿੰਘ ਜਿਹਦੇ 4 ਬੱਚੇ ਸੀਗੇ ਤੇ ਹੋਰ ਉਹ ਕਿੰਨੇ ਅਣਗਿਣਤ ਪਰਿਵਾਰ ਜੋ ਟੁੱਟ ਗਏ, ਜੋ ਮਿਟ ਗਏ, ਉਹਨਾਂ ਲਈ ਕੀ ਇਨਸਾਫ ਇੰਨੇ ਸਾਲਾਂ ਬਾਅਦ, ਇੰਨੇ ਦਹਾਕਿਆਂ ਬਾਅਦ, ਕੀ ਕੋਈ ਇਨਸਾਫ ਉਹਨਾਂ ਨੂੰ ਮਿਲਿਆ ਹੈ? ਮੇਰਾ ਖਿਆਲ ਇੱਕ ਬਹੁਤ ਹੀ ਅਣਹੋਣੀ ਗੱਲ ਜਾਪਦੀ ਹੈ ਕਿ ਹਿੰਦੁਸਤਾਨ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ, ਉਹ ਜਿਹੜੇ ਮੌਬਸ ਨੇ ਜਾਂ ਉਹ ਕਾਤਲ ਟੋਲਿਆਂ ਨੂੰ ਜਿਹੜਾ ਸਜ਼ਾ ਦੇ ਸਕੇ। ਉਹਦਾ ਰੀਜ਼ਨ ਇਹ ਹੈ ਕਿਉਂਕਿ ਜਿਵੇਂ ਆਪ ਜੀ ਨੇ ਗੱਲ ਕਹੀ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਪਹਿਲਾਂ ਹੀ ਆਪ ਜੀ ਨੇ ਗੱਲ ਕਰ ਦਿੱਤੀ ਹੈ। ਸੋ ਉਹ ਇਸ ਕਰਕੇ ਨਹੀਂ ਦਿੱਤੇ ਜਾ ਸਕੀ ਕਿਉਂਕਿ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਜਿਹੜੀ ਆ, ਰਾਜੀਵ ਗਾਂਧੀ ਦੀ ਸਰਕਾਰ, ਉਹ ਕਾਫੀ ਜ਼ਿਆਦਾ ਸਮੇਂ ਤੱਕ ਜਿਹੜੀ ਹੈ ਪਾਵਰ ਦੇ ਵਿੱਚ ਰਹੀ। ਤਾਂ ਦੁਨੀਆ ਦਾ ਕੋਈ ਆਦਮੀ ਨਹੀਂ ਇਹ ਚਾਹੇਗਾ ਕਿ ਮੈਂ ਆਪਣੇ ਆਪ ਨੂੰ ਅਪਰਾਧੀ ਘੋਸ਼ਿਤ ਕਰ ਦਿਆਂ। ਇੱਥੋਂ ਤੱਕ ਵੀ ਉਹਦੇ ਜਿਹੜੇ ਗੁੰਡਿਆਂ ਦਾ ਰੋਲ, ਜਿਹੜੇ ਉਹਦੇ ਮੈਨੇਜਰ ਬਣ ਕੇ ਇਸ ਕਤਲੇਆਮ ਦਾ ਜਿਨ੍ਹਾਂ ਨੇ ਰੋਲ ਨਿਭਾਇਆ ਸੀ, ਉਹ ਸੀਗੇ HKL ਭਗਤ, ਜਗਦੀਸ਼ ਟਾਈਟਲਰ, ਲਲਿਤ ਮੱਕਨ। ਉਹਨਾਂ ਨੂੰ ਉਹਨਾਂ ਦੀ ਸਜ਼ਾ ਦੀ ਤਾਂ ਕੀ ਦੇਣੀ ਸੀ, ਉਹਨਾਂ ਨੂੰ ਕੇਂਦਰ ਦੇ ਵਿੱਚ ਕੈਬਨਿਟ ਮੰਤਰੀਆਂ ਦੇ ਰੁਤਬੇ ਦਿੱਤੇ। ਸੋ ਇਹ ਤੁਸੀਂ ਸਹਿਜੇ ਹੀ ਉੱਥੇ ਦੀ ਸਰਕਾਰ ਦਾ ਜਿਹੜਾ ਟ੍ਰੈਂਡ ਉਹ ਅੰਦਾਜ਼ਾ ਲਾ ਸਕਦੇ ਹੋ ਕਿ ਕਿਸੇ ਕਾਤਲ ਨੂੰ ਸਲਾਖਾਂ ਦੇ ਪਿੱਛੇ ਭੇਜਣ ਦੀ ਬਜਾਏ ਉਹਨਾਂ ਦੇ ਜਿਹੜਾ ਮੁੱਖ ਕਾਤਲ ਹੈ ਰਾਜੀਵ ਗਾਂਧੀ, ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜ, ਕਿਉਂਕਿ ਉਹਨੂੰ ਪਤਾ ਸੀ ਜੇ ਇਹ ਸਲਾਖਾਂ ਦੇ ਪਿੱਛੇ ਜਾਣਗੇ, ਸਲਾਖਾਂ ਦੇ ਪਿੱਛੇ ਮੈਨੂੰ ਵੀ ਜਾਣਾ ਪੈਣਾ।
ਸੋ ਉਹਨੂੰ ਸਾਰੇ ਨੂੰ ਡਿਲੇਡ ਕਰਨ ਦੇ ਲਈ, ਉਹਨੂੰ ਸਾਰਿਆਂ ਨੂੰ ਇਨਸਾਫ ਦੀ ਜੰਗ ਨੂੰ ਧੁੰਦਲਾ ਕਰਨ ਦੇ ਲਈ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਨਵੀਂ ਥਿਊਰੀ ਅਪਣਾਈ, ਕਮਿਸ਼ਨ ਦਰ ਕਮਿਸ਼ਨ, ਕਮਿਸ਼ਨ ਦੇ ਉੱਤੇ ਨਿਯੁਕਤ ਕਮਿਸ਼ਨ ਕਰ ਦੇਣਾ, ਫਿਰ ਉਸ ਤੋਂ ਬਾਅਦ ਦੂਸਰਾ ਕਮਿਸ਼ਨ ਨਿਯੁਕਤ ਕਰ ਦੇਣਾ। ਇੱਥੋਂ ਤੱਕ ਮੈਨੂੰ ਪਤਾ ਲੱਗਿਆ 33 ਕਮਿਸ਼ਨ ਵੱਖਰੀ ਵੱਖਰੀ ਸਟੇਜ ਦੇ ਉੱਤੇ ਉੱਥੇ ਨਿਯੁਕਤ ਕੀਤੇ ਗਏ। ਔਰ ਇੱਥੋਂ ਤੱਕ ਇੱਕ ਪੀਪਲਸ ਫਾਸਟ ਸਿਵਲ ਲਿਬਰਟੀਜ਼ ਕੋਈ ਇਸ ਤਰ੍ਹਾਂ ਦੇ ਨਾਂ ਦੀ ਜਿਹਦੇ ਵਿੱਚ ਬਹੁਤ ਪ੍ਰੋਮੀਨੈਂਟ ਐਡਵੋਕੇਟ ਸੀਗੇ, ਬਹੁਤ ਹੀ ਪ੍ਰੋਮੀਨੈਂਟ ਰਿਸਪੈਕਟਡ ਸਿਟੀਜ਼ਨ ਸੀਗੇ। ਉਹਨਾਂ ਨੇ ਇੱਕ ਸੰਸਥਾ ਬਣਾ ਕੇ ਜਿਹੜੇ ਉਹ ਕਾਤਲਾਂ ਨੂੰ ਲੀਡ ਕਰਨ ਵਾਲੇ ਜਿਹੜੇ ਗੁੰਡੇ ਸੀ, ਉਹਨਾਂ ਦੀ ਸਾਰੀ ਸਮਰੀ ਬਣਾ ਕੇ ਸਰਕਾਰ ਨੂੰ ਦਿੱਤੀ ਕਿ ਇਹ 100 ਕਲੋਨੀ ਦੇ ਵਿੱਚ ਕਿਹੜੇ ਕਿਹੜੇ ਗੁੰਡਿਆਂ ਨੇ ਇਹਨਾਂ ਮੌਬਸ ਨੂੰ ਜਿਹੜਾ ਅਗਵਾਈ ਦਿੱਤੀ, ਉਹ ਸਾਰਿਆਂ ਦੇ ਲਿਸਟਾਂ ਬਣਾ ਕੇ ਪਬਲਿਕਲੀ ਉਹ ਜਾਰੀ ਕੀਤੀਆਂ। ਸਰਕਾਰ ਨੇ ਕਿਹਾ ਵੀ ਤੁਸੀਂ ਪ੍ਰਾਈਵੇਟ ਬੰਦੇ ਹੋ, ਅਸੀਂ ਤੁਹਾਡੀ ਨਹੀਂ ਮੰਨਦੇ, ਐਕਸੈਪਟ ਨਹੀਂ ਕਰ ਸਕਦੇ। ਸਰਕਾਰ ਨੇ ਆਪਣੇ ਤੌਰ ਤੇ ਵੱਖ-ਵੱਖ ਕਿਸੇ ਨੂੰ ਜੱਜ ਨੂੰ, ਰਿਟਾਇਰਡ ਜੱਜਾਂ ਨੂੰ ਉਹ ਡਰਾਮੇਬਾਜ਼ੀ ਕਰਕੇ ਅਲੱਗ-ਅਲੱਗ ਫਿਰ ਉਹ ਪਹਿਲਾ ਕਮਿਸ਼ਨ ਬਣਾਇਆ, ਉਹਨੂੰ ਕਿਹਾ ਕਿ ਇਹਦੇ ਵਿੱਚ ਕੁਝ ਕਮੀ ਰਹਿ ਗਈਆਂ, ਅਗਲਾ ਕਮਿਸ਼ਨ ਬਣਾ ਦਿੱਤਾ, ਅਗਲਾ ਕਮਿਸ਼ਨ ਬਣਾ ਦਿੱਤਾ। ਉਹ ਕਮਿਸ਼ਨਾਂ ਦੀ ਖੇਡ ਇੰਨੀ ਲੰਬੀ ਕਰ ਦਿੱਤੀ ਗਈ ਕਿ 33 ਮੈਨੂੰ ਪਤਾ ਲੱਗਿਆ ਕਿ ਹੁਣ ਤੱਕ ਜਿਹੜੇ ਉਹਦੇ ਕਮਿਸ਼ਨ ਜਿਹੜੇ ਜਾਂਚ ਕਰ ਚੁੱਕੇ ਹਨ। ਮੈਂ ਜਿਹੜਾ ਨਾ ਇਸ ਗੱਲ ਤੋਂ ਮੈਨੂੰ ਇੱਦਾਂ ਲੱਗਦਾ ਸੀ ਕਿ ਸ਼ਾਇਦ ਬੀਜੇਪੀ ਗਵਰਨਮੈਂਟ ਜਿਹੜੀ ਹੈ ਨਾ ਵੀ ਉਹਨਾਂ ਨੂੰ ਪਨਿਸ਼ ਕਰਨ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੋ ਸਕਦੀ ਹੈ। ਪਰ ਬਦਕਿਸਮਤੀ ਨੂੰ ਜਿਸ ਵੇਲੇ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਆਈ ਬੀਜੇਪੀ ਦੀ, ਉਦੋਂ ਤੱਕ ਜਿਹੜੀਆਂ ਵਿਟਨੈਸਿਸ ਸੀਗੀਆਂ ਉਹ ਇੰਨੀ ਜ਼ਿਆਦਾ ਕਮਿਸ਼ਨਸ ਦੇ ਚੱਕਰ, ਕਿਉਂਕਿ ਕਮਿਸ਼ਨਾਂ ਨੇ ਜਦੋਂ ਉਹਨਾਂ ਨੂੰ ਵਰੀ ਕਰ ਦਿੱਤਾ, ਪੁਲਿਸ ਦੀ ਇਹ ਹਿੰਮਤ ਨਹੀਂ ਕਿ ਆ ਕੇ ਕਹਿ ਦੇ ਵੀ ਕਮਿਸ਼ਨ ਦੁਆਰਾ ਵਰੀ ਕੀਤਾ ਗਿਆ ਬੰਦਾ ਪੁਲਿਸ ਆਪਣੇ ਕੇਸ ਦੇ ਵਿੱਚ ਇਨਵੋਲਵ ਕਰ ਸਕੇ। ਤਾਂ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ, ਉਹ ਤੋਂ ਬਾਅਦ ਹੁਣ ਵੀ ਮੌਜੂਦਾ ਸਰਕਾਰ ਬੀਜੇਪੀ ਹੈ ਕੇਂਦਰ ਦੇ ਵਿੱਚ। ਤਾਂ ਮੈਂ ਸਮਝਦਾ ਕਿ ਉਹਨਾਂ ਸਰਕਾਰਾਂ ਲਈ ਵੀ ਕਿਤੇ ਨਾ ਕਿਤੇ ਮਜਬੂਰੀ ਇਹ ਕੰਮ ਕਰ ਰਹੀ ਹੈ ਕਿ ਉਹ ਚਾਹੁੰਦੇ ਹੋਏ ਵੀ ਉਹਨਾਂ ਨੂੰ ਆਇਡੈਂਟੀਫਾਈ ਹੋਣ ਦੇ ਬਾਵਜੂਦ ਵੀ, ਕਿਉਂਕਿ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਉਹ ਸਟਾਰ ਵਿਟਨੈਸ ਹੁੰਦਾ, ਫਸਟ ਡਿਗਰੀ ਦੀ ਵਿਟਨੈਸ ਮੰਗਦਾ। ਉਹ ਵਿਟਨੈਸ ਇੰਨੀ ਡਿਲੇ ਹੋ ਚੁੱਕੀਆਂ ਨੇ, ਉਹਨਾਂ ਵਿੱਚ ਬਹੁਤ ਸਾਰੀਆਂ ਵਿਟਨੈਸ ਜਿਹੜੀਆਂ ਨੇ ਖਤਮ ਹੋ ਚੁੱਕੀਆਂ ਨੇ, ਤੇ ਉਹ ਪ੍ਰੋਸੈਸ, ਲੀਗਲ ਪ੍ਰੋਸੈਸ ਇੰਨਾ ਲੰਬਾ ਪੈ ਚੁੱਕਿਆ ਕਿ ਉਹ ਸਰਕਾਰ, ਚਾਹੇ ਅਪੋਜੀਸ਼ਨ ਦੀ ਸਰਕਾਰ ਹੋਵੇ, ਕਾਂਗਰਸ ਦੀ ਵਿਰੋਧੀ ਸਰਕਾਰ ਹੋਵੇ, ਉਹ ਚਾਹੁੰਦੇ ਹੋਏ ਵੀ ਉਹਨਾਂ ਕਾਤਲ ਟੋਲਿਆਂ ਨੂੰ ਕਿਸੇ ਤਰ੍ਹਾਂ ਵੀ ਸਜ਼ਾ ਦੇਣ ਦੇ ਵਿੱਚ ਅਸਮਰਥ ਹੋਈ ਹੈ। ਸੋ ਮੈਂ ਸਮਝਦਾ ਕਿ ਉਹਨਾਂ ਕਾਤਲ ਟੋਲਿਆਂ ਨੂੰ ਜਿਹੜਾ ਸਰਕਾਰ, ਇੱਕ ਜਿਹੜੀ ਕਾਂਗਰਸ ਸਰਕਾਰ ਸੀਗੀ, ਇਹ ਇੱਕ ਬਹੁਤ ਹੀ ਜਿਹੜਾ ਇੱਕ ਜਿਹਨੂੰ ਕਹਿੰਦੇ ਜਨੂਨੀ ਪੱਧਰ ਦੀ ਜਿਹੜੀ ਸਰਕਾਰ ਸੀ, ਜਿਹਨੂੰ ਕਾਨੂੰਨ ਦੀਆਂ ਖਾਮੀਆਂ ਦਾ ਪਤਾ ਸੀ, ਉਹਨੂੰ ਪਤਾ ਸੀ ਕਿ ਕਿਹਨਾਂ ਖਾਮੀਆਂ ਦਾ ਸਹਾਰਾ ਲੈ ਕੇ ਅਸੀਂ ਭਵਿੱਖ ਵਿੱਚ ਆਪਣੇ ਜਿਹੜੇ ਗੁੰਡੇ ਨੇ ਇਹਨਾਂ ਨੂੰ ਕਿਵੇਂ ਪ੍ਰੋਟੈਕਟ ਕਰ ਦਈਏ ਕਿ ਕੋਈ ਵੀ ਸਰਕਾਰ ਆਏ ਮੁੜ ਕੇ ਉਹਨਾਂ ਗੁੰਡਿਆਂ ਨੂੰ ਹੱਥ ਨਾ ਪਾ ਸਕੇ। ਸੋ ਉਹੋ ਜਿਹੀ ਕਮਿਸ਼ਨ ਬਾਰ-ਬਾਰ ਬਣਾ ਕੇ ਉਹਨਾਂ ਨੇ ਅਲੱਗ-ਅਲੱਗ ਜਿਹੜਾ ਸਟੇਜਾਂ ਦੇ ਉੱਤੇ ਉਹਨਾਂ ਨੂੰ ਇੰਨਾ ਬਰੀ ਕਰ ਦਿੱਤਾ ਕਿ ਹੁਣ ਉਹਨਾਂ ਨੂੰ ਕੋਈ ਵੀ ਸਰਕਾਰ ਹੱਥ ਪਾਉਣ ਤੋਂ ਅਸਮਰਥ ਹੈ। ਔਰ ਇਸ ਤਰ੍ਹਾਂ ਕਰਦੇ ਉਹ ਇਨਸਾਫ ਮੰਗਦੇ ਉਹ ਜਿਹੜੇ ਬਹੁਤ ਸਾਰੇ ਜਿਹੜੇ ਉਹ ਪੀੜਤ ਪਰਿਵਾਰ ਨੇ ਉਹ ਦੁਨੀਆ ਤੋਂ ਤਾਂ ਜਾ ਚੁੱਕੇ ਹਨ, ਜਾਂ ਉਹ ਇਹ ਸਮਝੌਤਾ ਕਰ ਚੁੱਕੇ ਹਨ ਕਿ ਸਾਨੂੰ ਹੁਣ ਹਿੰਦੁਸਤਾਨ ਦੀ ਜਿਹੜੀ ਜੁਡੀਸ਼ਰੀ ਹੈ ਉਹ ਸਾਨੂੰ ਕੋਈ ਰਿਲੀਫ ਨਹੀਂ ਦੇ ਸਕਦੀ। ਜੀ ਮੈਡਮ ਜੀ, ਇਹ ਸਿਰਫ ਮੈਂ ਤੁਹਾਡੀ ਰਾਏ ਇੱਥੇ ਲੈਣਾ ਚਾਹੁੰਦੀ ਹਾਂ। ਇੱਕ ਸਾਡੀ ਕਮਿਊਨਿਟੀ ਦੇ ਤੁਸੀਂ ਬਜ਼ੁਰਗ ਹੋ, ਤੁਸੀਂ ਸਿਆਣੇ ਹੋ। ਕਰਮਜੀਤ ਜੀ, ਜਦੋਂ ਇਹੋ ਇਨਸਾਫ ਦੀ ਤਲਾਸ਼ ਦੇ ਵਿੱਚ ਅਗਰ ਕੋਰਟ ਕਚਹਿਰੀ ਦੇ ਵਿੱਚ ਕੋਈ ਜਵਾਬ, ਕੋਈ ਜਸਟਿਸ ਨਹੀਂ ਮਿਲਦੀ ਤੇ ਇੱਕ ਪੀੜਤ ਪਰਿਵਾਰ, ਕੋਈ ਵਿਕਟਮ, ਕੋਈ ਇੰਡੀਵਿਜੂਅਲ, ਕੋਈ ਟਾਰਗੇਟਿਡ ਕਮਿਊਨਿਟੀ ਕਿੱਥੇ ਜਾ ਸਕਦੀ, ਕੀ ਕਰ ਸਕਦੀ ਹੈ? ਮੈਂ ਸਮਝਦਾ ਕਿ ਜਿਸ ਵੇਲੇ ਕਹਿੰਦੇ ਵੀ ਜਦੋਂ ਤੁਹਾਨੂੰ ਇਨਸਾਫ ਮਿਲੇ ਨਾ ਤਾਂ ਉਹਦਾ ਅਗਰੈਸਿਵ ਹੋਣਾ ਜਿਹੜਾ ਇੱਕ ਕੁਦਰਤੀ ਵਰਤਾਰਾ, ਦੁਨੀਆ ਦੀ ਕੋਈ ਵੀ ਕਮਿਊਨਿਟੀ ਹੋਵੇ, ਤਾਂ ਇਹ ਸਾਨੂੰ ਇਨਸਾਫ ਨਾ ਦੇਣ ਦੇ ਵਿੱਚ ਤਾਂ ਇੱਕ ਜਿਹੜੀ ਦੁਸ਼ਮਣ ਜਮਾਤ ਹੈ ਸਿੱਖਾਂ ਦੀ ਕਾਂਗਰਸ ਜਮਾਤ ਜਿਹੜੀ ਸੀ ਉਹਦੇ ਵੱਲੋਂ ਇੱਕ ਗਿਣਾ ਮਿੱਥੀ ਸਾਜ਼ਿਸ਼ ਸੀ, ਬਲਕਿ ਉਹਨਾਂ ਨੂੰ ਧਮਕਾਇਆ ਵੀ ਗਿਆ, ਉਹਨਾਂ ਨੂੰ ਅਤਿਆਚਾਰ ਵੀ ਉਹਨਾਂ ਤੇ ਉਸੇ ਤਰ੍ਹਾਂ ਜਾਰੀ ਰੱਖਿਆ ਗਿਆ ਕਿ ਅਸੀਂ ਤੁਹਾਨੂੰ ਮਸਲ ਨਾਲ ਜਾਣਦੇ ਹਾਂ, ਕਿਉਂਕਿ ਸਿੱਖ ਕੌਮ ਨੂੰ ਦਿਖਾਉਣਾ ਚਾਹੁੰਦੇ ਸੀ ਜਿਹੜੇ ਕਾਂਗਰਸ ਦੇ ਜਿਹੜੇ ਰੂਲਰ ਸੀਗੇ ਵੀ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਵੀ ਐਕਸ਼ਨ ਕਰੋ ਅਸੀਂ ਤੁਹਾਨੂੰ ਮਸਲ ਕੇ ਰੱਖ ਦਿਆਂਗੇ। ਤਾਂ ਉਹਦਾ ਹੀ ਮੁੱਖ ਕਾਰਨ ਹੈ ਕਿ ਸਿੱਖਾਂ ਨੇ ਬਹੁਤ ਸਾਰੇ ਜਿਹੜੇ ਆਪਣੇ ਜਿਹੜੇ ਅਟੈਕ ਕੀਤੇ, ਜਿਹਦੇ ਵਿੱਚ ਲਲਿਤ ਮੱਕਨ ਵੀ ਮਾਰਿਆ, ਉਹਨਾਂ ਨੇ ਅਰਜਨ ਦਾਸ ਵੀ ਮਾਰਿਆ।
ਤਾਂ ਸਾਨੂੰ ਬਹੁਤ ਚੁਭਦੇ ਨੇ ਉਹ HKL ਭਗਤ ਵਰਗੇ। ਜਿਸ ਵੇਲੇ ਉਹ, ਮੈਨੂੰ ਯਾਦ ਹੈ ਜਿਸ ਵੇਲੇ HKL ਭਗਤ ਅਦਾਲਤੀ ਇਹਨਾਂ ਕਾਰਵਾਈਆਂ ਦੇ ਵਿੱਚ ਬਰੀ ਹੋ ਕੇ ਆਇਆ, ਬਰੀ ਹੋਣਾ ਤਾਂ ਉਹ ਕੁਦਰਤੀ ਸਵਾਲ ਸੀ ਕਿਉਂਕਿ ਉਹਦੇ ਵਿਰੁੱਧ ਪੁਲਿਸ ਕੋਈ ਵਿਟਨੈਸ ਪੇਸ਼ ਨਹੀਂ ਕਰ ਸਕੀ ਸੀ। ਤਾਂ ਮੈਨੂੰ ਅੱਜ ਤੱਕ ਯਾਦ ਹੈ ਉਹਦੀ ਫੋਟੋ ਜਿਹੜੀ ਅਖਬਾਰ ਦੇ ਵਿੱਚ ਛਪੀ ਸੀ, ਤਾਂ ਉਹ HKL ਭਗਤ ਦੀ ਫੋਟੋ ਸੀ, ਤਾਂ ਉਹ ਇਸ ਤਰ੍ਹਾਂ ਵਿਕਟਰੀ ਦਾ ਨਿਸ਼ਾਨ ਬਣਾ ਕੇ ਤਾਂ ਉਹ ਬਾਹਰ ਨਿਕਲਿਆ ਸੀ ਕੋਰਟ ਦੇ ਵਿੱਚੋਂ ਕਿ ਮੈਂ ਹਜ਼ਾਰਾਂ ਕਤਲ ਕਰਕੇ ਇਸ ਤਰ੍ਹਾਂ ਵਿਕਟਰੀ ਦਾ ਨਿਸ਼ਾਨ ਬਣਾ ਕੇ ਅੱਜ ਅਦਾਲਤ ਵੱਲੋਂ ਬਰੀ ਹੋ ਕੇ ਜਾ ਰਹੇ ਹਾਂ। ਸੋ ਇਸ ਤਰ੍ਹਾਂ ਦੀ ਮੈਂਟਲਿਟੀ ਜਦੋਂ ਸਿੱਖ ਕੌਮ ਦੇ ਸਾਹਮਣੇ ਆਈ ਹੋਵੇ ਤਾਂ ਮੈਂ ਸਮਝਦਾ ਕਿ ਸਿੱਖਾਂ ਨੇ ਜੋ ਰਿਐਕਟ ਕੀਤਾ ਇਹਨਾਂ ਕਤਲੇਆਮ ਦਾ ਬਦਲਾ ਲੈਣ ਦੇ ਲਈ, ਤਾਂ ਉਹ ਕੋਈ ਦੁਨੀਆ ਦੀ ਕੋਈ ਵੱਖਰੀ ਗੱਲ ਨਹੀਂ ਸੀ। ਦੁਨੀਆ ਦੀ ਹਰ ਕੌਮ ਜੋ ਮਜ਼ਲੂਮ ਹੈ, ਜੋ ਦੱਬੀ ਕੁਚਲੀ ਕੌਮ ਹੈ, ਉਹਨਾਂ ਨੂੰ ਜਦੋਂ ਇਨਸਾਫ ਨਾ ਮਿਲੇ, ਜਦੋਂ ਕਾਨੂੰਨ ਅਸਫਲ ਹੋ ਜਾਵੇ ਉਹਨਾਂ ਨੂੰ ਇਨਸਾਫ ਦੇਣ ਦੇ ਵਿੱਚ, ਤਾਂ ਮੈਂ ਸਮਝਦਾ ਕਿ ਮਨੁੱਖ ਕੋਈ ਇੰਨਾ ਪਛੜਿਆ ਨਹੀਂ ਉਹਦਾ ਦਿਮਾਗ ਕਿ ਇਨਸਾਫ ਖੋਣਾ ਨਾ ਜਾਂਦਾ ਹੋਵੇ। ਸੋ ਇਸ ਕਰਕੇ ਸਿੱਖ ਕੌਮ ਦੇ ਵਿੱਚ ਬਹੁਤ ਸਾਰੇ ਅਜਿਹੇ ਜੁਝਾਰੂ ਉੱਠੇ ਜਿਨ੍ਹਾਂ ਨੇ ਸਰਕਾਰ ਕੋਲੋਂ ਫਿਰ ਇਨਸਾਫ ਆਪਣੀ ਮਰਜ਼ੀ ਅਨੁਸਾਰ ਲੈਣਾ ਚਾਹਿਆ ਤੇ ਉਹਦੀਆਂ ਕੋਸ਼ਿਸ਼ਾਂ ਵੀ ਬਹੁਤ ਕੀਤੀਆਂ ਜੀ। ਐਂਡ ਯੂ ਨੋ ਇੱਕ ਜੋ ਤੁਹਾਡੀ ਇਹ ਪਰਸਨਲ ਓਪੀਨੀਅਨ ਹੈ ਉਹਦੇ ਤੌਰ ਤੇ ਕੋਈ ਉਹਨਾਂ ਨੂੰ ਦੋਸ਼ੀ ਵੀ ਨਹੀਂ ਮੰਨ ਸਕਦਾ ਇਸ ਚੀਜ਼ ਦੇ ਵਿੱਚ, ਆਪਣੇ ਆਪ ਦੇ ਤੌਰ ਤੇ ਇਨਸਾਫ ਲੈਣ ਦੀ ਕੋਸ਼ਿਸ਼ ਦੇ ਵਿੱਚ ਕੋਈ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਇੱਦਾਂ ਕਿਉਂ ਕੀਤਾ। ਹਿਸਟਰੀ ਦੱਸਦੀ ਹੈ ਉਸ ਸਵਾਲ ਦਾ ਜਵਾਬ। ਕਰਮਜੀਤ ਸਿੰਘ ਜੀ, ਮਾਫੀ ਮੰਗਦੇ ਹਾਂ, ਇੱਥੇ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ, ਬਟ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਫਿਰ ਜੁੜੋ, ਸਾਡੇ ਦਰਸ਼ਕਾਂ ਨੂੰ ਜੋ ਅਸੀਂ ਅੱਜ ਛੋਟੇ ਸਮੇਂ ਦੇ ਵਿੱਚ ਕੁਝ ਜਾਣਕਾਰੀ ਦਿੱਤੀ ਹੈ ਉਹਨੂੰ ਵੱਡੇ ਤੌਰ ਤੇ ਹੋਰ ਡੀਟੇਲ ਦੇ ਵਿੱਚ ਜ਼ਰੂਰ ਤੁਸੀਂ ਆ ਕੇ ਸ਼ੇਅਰ ਕਰੋ। ਬਟ ਅੱਜ ਦੇ ਲਈ ਇੱਕ ਵਾਰੀ ਫਿਰ ਅਸੀਂ ਤੁਹਾਡੇ ਧੰਨਵਾਦੀ ਹਾਂ ਤੁਹਾਡੇ ਇਸ ਐਕਸਪੀਰੀਅੰਸ ਨੂੰ ਸੁਣ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸੋ ਮਚ ਵਿਊਅਰਸ। ਅੱਜ ਦੇ ਦਿਨ ਸਾਡੀ ਕਮਿਊਨਿਟੀ ਲਈ, ਖਾਸ ਕਰਕੇ ਸਾਡੇ ਬਜ਼ੁਰਗਾਂ ਲਈ, ਕਰਮਜੀਤ ਸਿੰਘ ਜੀ ਵਰਗੇ ਜਿਨ੍ਹਾਂ ਨੇ ਆਪ ਅੱਖੋਂ ਉਹ ਅਤਿਆਚਾਰ ਵੇਖਿਆ, ਉਹਨਾਂ ਦੇ ਨਾਲ ਅਸੀਂ ਤੁਹਾਡੇ ਨਾਲ ਮੋਢੇ ਦੇ ਮੋਢੇ ਨਾਲ ਮਿਲਾ ਕੇ ਖੜੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ ਜਾਂ ਕਰਮਜੀਤ ਸਿੰਘ ਜੀ ਲਈ ਕੋਈ ਵੀ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।